ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਓੰਕਾਰ ਆਇਸ ਮੁਝੈ ਸੋ ਤੁਮ ਕਹੋ ਸੁਨਾਏ। ਬੁੱਧ ਸਭਿਨ ਵਿਪਰੀਤ ਕਰ ਦੇਹੋ ਕੁਕਰਮ ਚਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਇੱਕੋ ਇੱਕ ਐਸੇ ਮਹਾਨ ਗ੍ਰੰਥ ਜੋ ਸਾਰੇ ਜਗਤ ਦੇ ਗੁਰਦੇਵ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਮਿਹਰਬਾਨ ਸਤਿਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ
ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਹਾਜ਼ਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪ ਜੀ ਆਪਣੇ ਜੀਵਨ ਦਾ ਕੁਝ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗਰੀਬ ਨਵਾਜ ਪਹਿਲੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਕਥਾ ਆਪ ਜੀ ਸੁਣ ਰਹੇ ਹੋ। ਕਲਯੁਗ ਨਾਲ ਸਤਿਗੁਰਾਂ ਦੀ ਵਾਰਤਾ ਹੋ ਰਹੀ ਹੈ। ਕਲਯੁਗ ਸਤਿਗੁਰਾਂ ਨੂੰ ਪਰਖਣ ਆਇਆ, ਪਰ ਸਤਿਗੁਰਾਂ ਦਾ ਸੇਵਕ ਹੋ ਗਿਆ। ਕਹਿੰਦਾ ਜੀ ਮੇਰੇ ਕੋਲੋਂ ਕੋਈ ਭੇਟਾ ਸਵੀਕਾਰ ਕਰੋ, ਮੈਂ ਕੁਝ ਮੋਤੀਆਂ ਦੇ ਮੰਦਰ ਮਹਿਲ ਉਸਾਰ ਕੇ ਤੁਹਾਨੂੰ ਅਰਪ ਦਿਆਂ। ਤੋ ਪਾਤਸ਼ਾਹ ਨੇ ਸ਼ਬਦ ਉਚਾਰਿਆ, ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਕਿਤੇ ਨਾ ਮੋਤੀਆਂ ਦੇ ਮੰਦਰਾਂ ਤੇ ਮਹਿਲਾਂ ਨੂੰ ਵੇਖ ਕੇ ਐਸਾ ਨਾ ਹੋਵੇ ਕਿ ਇਹ ਅਕਾਲ ਪੁਰਖ ਮੈਨੂੰ ਤੇਰਾ ਨਾਮ ਵਿਸਰ ਜਾਏ ਤੇ ਮੇਰੇ ਹਿਰਦੇ 'ਚ ਤੇਰਾ ਨਾਮ ਚੇਤੇ ਨਾ ਆਵੇ। ਮੇਰੇ ਤੇ ਤਰਸ ਕਰਿਓ ਕਿ ਮੈਨੂੰ ਕਦੇ ਵੀ ਤੁਹਾਡਾ ਨਾਮ ਨਾ ਭੁੱਲੇ। ਇਸ ਸ਼ਬਦ ਦੇ 4 ਬੰਦ ਨੇ, ਉਹ ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। ਧਰਤੀ ਤਾਂ ਹੀਰੇ ਲਾਲ ਜੜਤੀ, ਲਗ ਲਾਲ ਜੜਾਓ, ਫਿਰ ਸਿੱਧ ਹੋਏ ਸਿੱਧ ਲਾਈ ਰਿੱਧ ਆਖਾਂ ਆਓ, ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਓ। ਕਿ ਜੇ ਮੈਂ ਸੁਲਤਾਨ ਹੋ ਜਾਵਾਂ, ਬਾਦਸ਼ਾਹ ਬਣ ਜਾਵਾਂ, ਤਖਤਾਂ ਤੇ ਪੈਰ ਧਰਾਂ, ਹੁਕਮ ਹਾਸਲ ਕਰਕੇ ਲੋਕਦਿਆਂ 'ਚ ਮੇਰਾ ਭੈ ਹੋਵੇ, ਇੰਨਾ ਕੁਝ ਹੋਵੇ ਤੇ ਹੇ ਵਾਹਿਗੁਰੂ ਫਿਰ ਵੀ ਮੈਨੂੰ ਤੂੰ ਨਾ ਵਿਸਰੇ। ਤੇਰਾ ਨਾਮ ਕਿਤੇ ਐਸਾ ਨਾ ਹੋਵੇ ਕਿ ਮੇਰੇ ਚਿੱਤ 'ਚੋਂ ਭੁੱਲ ਜਾਏ। ਗਰੀਬ ਨਵਾਜ ਪਾਤਸ਼ਾਹ ਨੇ ਜਦੋਂ ਇਹ ਬਚਨ ਉਚਾਰੇ ਤੇ ਕਲਯੁਗ ਨਮਸਕਾਰ ਕਰਦਾ ਹੈ, ਦੱਸ ਰਿਹਾ ਕਿ ਮੈਨੂੰ ਕੀ ਆਗਿਆ ਹੈ ਅਕਾਲ ਪੁਰਖ ਦੀ, ਕਿਉਂਕਿ ਉਹਦੇ ਹੁਕਮ 'ਚ ਹੀ ਸਭ ਕੁਝ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਕਲਯੁਗ ਵੀ ਪਰਮੇਸ਼ਰ ਦੇ ਹੁਕਮ 'ਚ ਵਰਤਦਾ, ਇਹਦਾ ਸਮਾਂ ਹੈ, ਇਹਦਾ ਵਰਤਾਰਾ ਵਰਤ ਰਿਹਾ। ਅਸਲ ਵਿੱਚ ਅਸੀਂ ਆਪਣੇ ਜੀਵਨ ਦੇ ਸਮੇਂ ਦੇ ਪੜਾਅ ਜਦੋਂ ਪਿਛਲੇ ਸਮਿਆਂ ਵਿੱਚ ਵੇਖਦੇ ਹਾਂ, ਅੱਜ ਦੇ ਸਮੇਂ ਨਾਲ ਪਿਛਲੇ ਸਮੇਂ ਨੂੰ ਜਦੋਂ ਅਸੀਂ ਤੁਲਨਾ ਕਰਕੇ ਵੇਖਦੇ ਹਾਂ ਤੇ ਇਉਂ ਪ੍ਰਤੀਤ ਹੁੰਦਾ ਵੀ ਅੱਜ ਤੋਂ 20, 25, 30 ਸਾਲ ਪਹਿਲਾਂ ਸਾਡਾ ਵੇਲਾ ਕੁਝ ਭਲਾ ਵੇਲਾ ਸੀ। ਅਸੀਂ ਕਹਿੰਦੇ ਉਦੋਂ ਸਤਯੁਗ ਸੀ, ਹੁਣ ਕਲਯੁਗ ਹੈ। ਜਦੋਂ ਕਿਸੇ 80, 85 ਸਾਲ ਦੇ ਬਜ਼ੁਰਗ ਕੋਲ ਬੈਠੀਏ ਤਾਂ ਉਹ ਕਹਿੰਦਾ ਸਾਡੇ ਵੇਲੇ ਸਮਾਂ ਭਲੇ ਸੀ, ਚੰਗਾ ਸਮਾਂ ਸੀ, ਲੋਕ ਬੜੇ ਚੰਗੇ ਸੀ, ਹੁਣ ਕਲਯੁਗ ਆਇਆ। ਯਾਨੀ ਕਿ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਤਿਵੇਂ ਵਰਤਾਰਾ ਹੋਰ ਭਿਆਨਕ ਹੋ ਰਿਹਾ। ਤੇ ਗੁਰੂ ਬਾਬਾ ਜੀ ਦੇ ਸਮੇਂ ਕਲਯੁਗ ਦਾ ਕੀ ਵਰਤਾਰਾ ਸੀ ਉਹ ਵੀ ਹੈ। ਤੋ ਜਦੋਂ ਲੋਕ ਦੁਰਾਚਾਰੀ ਹੋ ਜਾਂਦੇ ਨੇ, ਜਦੋਂ ਲੋਕ ਆਚਰਣ ਤੋਂ ਡਿੱਗ ਪੈਂਦੇ ਨੇ,
ਜਦੋਂ ਲੋਕ ਕੇਵਲ ਵਪਾਰੀ ਹੋ ਜਾਂਦੇ ਨੇ, ਜਦੋਂ ਲੋਕ ਧਰਮ ਦਾ ਵਿਖਾਵਾ ਕਰਨ ਲੱਗ ਪੈਂਦੇ ਨੇ, ਜਦੋਂ ਲੋਕ ਧਰਮ ਨੂੰ ਵੀ ਵਪਾਰ ਬਣਾ ਲੈਂਦੇ ਨੇ, ਰੱਬ ਦੇ ਨਾਂ ਤੇ ਵਪਾਰ ਕਰਨ ਲੱਗ ਪੈਂਦੇ ਨੇ, ਤਾਂ ਸਮਝ ਲੈਣਾ ਚਾਹੀਦਾ ਵੀ ਹੁਣ ਇਹ ਕਲਯੁਗ ਦਾ ਸਮਾਂ ਹੈ। ਪਰ ਜਿਹੜਾ ਗੁਰਮੁਖ ਹੈ, ਨਾਮ ਅਭਿਆਸੀ ਹੈ, ਉਹਦੇ ਲਈ ਪਹਿਲਾਂ ਵੀ ਸਤਯੁਗ ਸੀ, ਉਹਦੇ ਲਈ ਹੁਣ ਵੀ ਸਤਯੁਗ ਹੈ, ਉਹਦੇ ਲਈ ਆਉਣ ਵਾਲੇ ਸਮੇਂ ਵਿੱਚ ਵੀ ਸਤਯੁਗ ਹੀ ਰਹਿਣਾ, ਕਿਉਂਕਿ ਉਹਨੂੰ ਇਹ ਮਾੜੀਆਂ ਬਿਰਤੀਆਂ ਫੁਰਦੀਆਂ ਹੀ ਨਹੀਂ। ਜਿਹਨੂੰ ਮਾੜੀਆਂ ਬਿਰਤੀਆਂ ਫੁਰਦੀਆਂ ਨੇ, ਕਲਯੁਗ ਉਹਦੇ ਵਾਸਤੇ ਹੈ। ਜਿਹਦੇ ਅੰਦਰ ਨੇਕ ਨੀਅਤ ਹੈ, ਜਿਹਦੀ ਬਿਰਤੀ ਭਲੀ ਹੈ, ਜਿਹਦੇ ਅੰਦਰ ਸੰਸਕਾਰ ਚੰਗੇ ਨੇ, ਜਿਹਦੇ ਅੰਦਰ ਪਰਮੇਸ਼ਰ ਦੇ ਭਜਨ ਦੀ ਰੌਂ ਚੱਲਦੀ ਹੈ, ਜਿਹਦੇ ਅੰਦਰ ਨਿਰੰਕਾਰ ਦਾ ਚਿੰਤਨ ਚੱਲਦਾ, ਉਹ ਤਾਂ ਇਸ ਸਮੇਂ ਵਿੱਚ ਵੀ ਸਤਯੁਗ ਵਿੱਚ ਹੀ ਜੀਵਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਕਲਯੁਗ ਰੂਪ ਬਣਾ ਕੇ ਆਇਆ ਸਤਿਗੁਰਾਂ ਨਾਲ, ਵੈਸੇ ਇਹਦਾ ਰੂਪ ਨਹੀਂ, ਪਰ ਜਦੋਂ ਗੱਲਬਾਤ ਕਰਨੀ ਹੈ, ਮਹਾਰਾਜ ਜੀ ਨਾਲ ਬਚਨ ਕਰਨੇ ਨੇ, ਫਿਰ ਇਹ ਰੂਪਮਾਨ ਹੋ ਕੇ ਆਇਆ। ਤੋ ਪਾਤਸ਼ਾਹ ਨਾਲ ਜਿਵੇਂ ਵਾਰਤਾ ਹੋ ਰਹੀ ਹੈ, ਸਰਵਣ ਕਰਨ ਤੋਂ ਪਹਿਲਾਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਓੰਕਾਰ ਆਇਸ ਮੁਝੈ, ਸੋ ਤੁਮ ਕਹੋ ਸੁਨਾਏ। ਕਲਯੁਗ ਕਹਿੰਦਾ ਮੈਨੂੰ ਏਕ ਓੰਕਾਰ ਦੀ ਆਗਿਆ। ਏਕ ਓੰਕਾਰ ਨੇ ਜੋ ਮੈਨੂੰ ਆਗਿਆ ਦਿੱਤੀ ਹੈ, ਹੇ ਗੁਰੂ ਨਾਨਕ ਸਾਹਿਬ, ਉਹ ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਨੂੰ ਸੁਣਾਉਂਦਾ ਹਾਂ। ਬੁੱਧ ਸਭਿਨ ਵਿਪਰੀਤ ਕਰ, ਦੇਹੋ ਕੁਕਰਮ ਚਲਾਏ। ਏਕ ਓੰਕਾਰ ਦਾ ਮੈਨੂੰ ਹੁਕਮ ਹੈ ਕਿ ਜੀਵਾਂ ਦੀ ਬੁੱਧੀ ਵਿਪਰੀਤ ਕਰ ਦੇ, ਉਲਟ ਕਰ ਦੇ। ਕਲਯੁਗ ਵਿੱਚ ਜੀਵਾਂ ਦੀ ਬਿਰਤੀ ਉਲਟ ਜਾਂਦੀ ਹੈ। ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ, ਪਰ ਕੀ ਕੋ ਆਪਨੋ ਕਹੈ, ਆਪਨੋ ਨਹੀਂ ਭਾਇਆ। मीठे को कौड़ा कहे, कड़ुए को मीठा, राते की निंदा करे, ऐसा कल में डीठा। कलयुग विच बिरती उल्ट हो जाती है। कहता मैनू हुक्म ही यह है परमेश्वर का कि मेरे समय विच मैं जीवां दी जिहड़ी मत है, बुद्धि है, वो विपरीत करनी है, उल्ट करनी, सीधा नहीं चलन देना। तदे ते महाराज जी गुरबाणी विच भी कहंदे हो, चलत कत टेढ़े टेढ़े टेढ़े, किथे टेढ़ा टेढ़ा जा हो के टुरदा, सीधा हो के चल। कलयुग टेढ़ा करदा ते सतगुरु सच्चे पातशाह जी सीधा टोरदे, सूधे सूधे रेग चलो। कलयुग दा कर्म है मनुख दी बिरती नूं, बुद्धि नूं विपरीत करना, उल्ट करना। किसे दूजे दी वस्तु होवे, नाल कोई पुछ ले भी ये किहदी जमीन है, जां कह दे भी ये किहदी जगह है, झट कोलों बोलदा कहंदा अपनी है। वो भावें बन्ने दे उत्ते पैर ना रखण देंदा होवे, अपनी है। पराई वस्तु नूं अपना कहण दा रिवाज है कलयुग च, ते जिहड़ी अपनी आ वो इहनूं उदां नहीं चंगी लगदी, अपनों नहीं पाया। दूजे दी थाली च पिया लड्डू भावें छोटा होवे तां भी वड्डा दिसदा, अपनी थाली च भावें सोने दे पकवान पए हुण ओह नहीं पाउंदे। इह है कलयुग। रंगिया होयां दी निंदिया हुंदी आ कलयुग विच, जिहड़े भजन करन वाले ने, बाणी पढ़न वाले ने, उन्हां दी निंदा हुंदी कलयुग। मिठे नूं कौड़ा कहिंदे आ ते कौड़े नूं मिठा कहिंदे आ। ਇਹ ਆ ਕਲੀ ਕਾਲ। ਕਲਯੁਗ ਕਹਿੰਦਾ ਮੈਂ ਮਨੁੱਖਾਂ ਦੀ ਬੁੱਧੀ ਨੂੰ ਉਲਟਾ ਦਿੰਦਾ, ਇਹ ਮੈਨੂੰ ਹੁਕਮ ਹੈ।
ਦੂਸਰਾ ਬਚਨ ਕੀ ਕਹਿੰਦੇ ਐ, ਦੁਬਾਰਾ ਪੜੋ ਜੀ। ਬੁੱਧ ਸਭੇ ਨ ਵਿਪਰੀਤ ਕਰ, ਦੇਹੋ ਕੁਕਰਮ ਚਲਾਏ। ਕਹਿੰਦਾ ਜੀ ਏਕ ਓੰਕਾਰ ਦਾ ਹੁਕਮ ਹੈ ਕਿ ਇੱਕ ਤਾਂ ਮਨੁੱਖਾਂ ਦੀ ਬੁੱਧੀ ਉਲਟ ਕਰ ਦੇ, ਦੂਜਾ ਉਹਨਾਂ ਨੂੰ ਕੁਕਰਮਾਂ ਚ ਲਾ ਦੇ। ਜਿਹੜੇ ਮਾੜੇ ਭੈੜੇ ਖੋਟੇ ਕਰਮ ਨੇ ਉਹਨਾਂ ਕੁਕਰਮਾਂ ਦੇ ਵਿੱਚ ਜੀਵਾਂ ਨੂੰ ਮਨੁੱਖਾਂ ਨੂੰ ਲਾ ਦੇ। ਚੌਪਈ ਚੋਰੀ ਯਾਰੀ ਨਿੰਦਾ ਕੂਰੂ। ਕੁਕਰਮ ਕਿਹੜੇ ਨੇ ਜਿਨ੍ਹਾਂ ਵਿੱਚ ਮੈਂ ਲਾਉਣਾ ਜੀਵਾਂ ਨੂੰ? ਕਲਯੁਗ ਆਪ ਦੱਸਦਾ। ਪਹਿਲਾ ਹੈ ਚੋਰੀ, ਚੋਰੀ ਵਿੱਚ ਲਾਉਣਾ। ਖਾਲਸਾ ਜੀ ਚੋਰੀ ਕੇਵਲ ਇਹੀ ਨਹੀਂ ਹੁੰਦੀ ਕਿਸੇ ਦੀ ਪਰਾਈ ਵਸਤੂ ਵੇਖਣੀ ਤੇ ਚੁੱਕ ਲੈਣੀ, ਉਹ ਤਾਂ ਤਨ ਦੀ ਚੋਰੀ, ਇੱਕ ਦੂਸਰੀ ਮਨ ਦੀ ਚੋਰੀ ਹੈ। ਤਨ ਦੀ ਚੋਰੀ ਤੋਂ ਤਾਂ ਬਹੁਤ ਬਚੇ ਹੁੰਦੇ ਐ, ਪਰ ਜਿਹੜੀ ਮਨ ਕਰਕੇ ਕਿਸੇ ਦੀ ਵਸਤੂ ਚੁਰਾ ਲੈਣੀ, ਇਹਦੇ ਤੋਂ ਤਾਂ 99% ਲੋਕ ਜਿਹੜੇ ਨੇ ਇਹਦੇ ਸ਼ਿਕਾਰ ਨੇ, 1% ਬਚੇ ਹੋਣਗੇ। ਕਿਸੇ ਦੀ ਚੰਗੀ ਸ਼ੈ ਵੇਖਣੀ ਤੇ ਮਨ 'ਚ ਸੋਚਣਾ ਕਾਸ਼ ਮੇਰੀ ਹੋਵੇ, ਇਹ ਮਨ ਦੀ ਚੋਰੀ ਹੈ। ਹੁਣ ਇਹ ਮਨ ਦੀ ਚੋਰੀ ਤਾਂ ਕਈਆਂ ਦੇ ਦਿਲਾਂ 'ਚ ਚੱਲਦੀ। ਕਲਯੁਗ ਕਹਿੰਦਾ ਪਹਿਲਾਂ ਮੈਂ ਚੋਰੀ ਚਲਾਉਣਾ ਬੰਦਿਆਂ ਨੂੰ, ਦੂਜੀ ਆ ਯਾਰੀ। ਯਾਰੀ ਦਾ ਮਤਲਬ ਹੁੰਦਾ ਵੀ ਮਾੜੇ ਭਾੜੇ ਭੈੜੇ ਪਾਸੇ ਆਪਣਾ ਚਿੱਤ ਲਾਉਣਾ। ਮਲਨ ਇਸਤਰੀਆਂ ਵਿੱਚ ਜਾਂ ਇਸਤਰੀਆਂ ਵੱਲੋਂ ਮਲਨ ਪੁਰਸ਼ਾਂ ਦੇ ਨਾਲ ਜਿਹੜੇ ਸੰਬੰਧ ਜੋੜਨ ਦੀ ਬਿਰਤੀ, ਇਹਨੂੰ ਯਾਰੀ ਕਹਿੰਦੇ ਆ। ਚੋਰੀ, ਯਾਰੀ, ਫਿਰ ਇਹਦੇ ਤੋਂ ਇਲਾਵਾ ਫਿਰ ਅੱਗੇ ਦੱਸਦੇ ਹੈ ਨਿੰਦਾ, ਨਿੰਦਾ ਕਰਨੀ, ਤੇ ਕੂਰੰਗ, ਝੂਠ ਬੋਲਣ ਵਿੱਚ ਲਾਉਣਾ। ਬਦੋ ਬਦੀ ਬੰਦਾ ਝੂਠ ਬੋਲਦਾ, ਜਿਹੜੇ ਹਾਲਾਂਕਿ ਲੋੜ ਨਾ ਹੋਵੇ ਤਾਂ ਵੀ ਝੂਠ, ਜ਼ਰੂਰਤ ਨਾ ਹੋਵੇ ਤਾਂ ਵੀ ਝੂਠ। ਕਲਯੁਗ ਕਿਸ ਨੂੰ ਕਹਿੰਦੇ ਆ ਤੇ ਸਤਯੁਗ ਕਿਸ ਨੂੰ ਕਹਿੰਦੇ, ਜੇ ਇਹਦਾ ਫਰਕ ਸਮਝਣਾ। ਇਹਦਾ ਫਰਕ ਇੱਦਾਂ ਮਹਾਂਪੁਰਸ਼ ਦੱਸਦੇ ਆ ਵੀ ਸਤਯੁਗ ਉਹ ਹੈ ਕਿ ਜਦੋਂ ਬਹੁਤਾ ਸੱਚ ਬੋਲਿਆ ਜਾਂਦਾ ਹੈ ਤੇ ਕੂੜ ਕਿਤੇ ਕਿਤੇ ਲੇਸ਼ ਮਾਤਰ ਹੀ ਸੀ, ਉਦੋਂ ਸੀ ਸਤਯੁਗ। ਕਲਯੁਗ ਕੀ ਹੈ? ਜਦੋਂ ਬਹੁਤਾ ਝੂਠ ਹੀ ਬੋਲਿਆ ਜਾਂਦਾ ਹੈ ਤੇ ਜਿਹੜਾ ਸੱਚ ਹੈ ਉਹ ਕਿਤੇ ਕਿਤੇ ਲੇਸ਼ ਮਾਤਰ ਹੀ ਰਹਿ ਜੇ, ਉਹਨੂੰ ਕਲਯੁਗ ਕਹਿੰਦੇ ਆ। ਇਹ ਫਰਕ ਹੈ ਸਤਯੁਗ ਤੇ ਕਲਯੁਗ ਦਾ। ਕਹਿੰਦਾ ਮੈਂ ਝੂਠ ਬੋਲਣ ਵਿੱਚ ਲਾਉਣਾ ਜੀਵਾਂ ਨੂੰ, ਕੂਰੰਗ, ਝੂਠ ਬੋਲਣ ਵਿੱਚ, ਬਿਨਾਂ ਗੱਲ ਤੋਂ ਹੀ ਝੂਠ ਬੋਲਣਾ, ਜਿਹਦੇ ਬੋਲਣ ਪਿੱਛੇ ਭਾਵੇਂ ਕੋਈ ਆਪਣਾ ਵੀ ਲਾਭ ਨਹੀਂ ਨਾ ਕਿਸੇ ਦੂਜੇ ਦਾ ਕੋਈ ਲਾਭ ਹੈ, ਉੱਦਾਂ ਹੀ ਝੂਠ ਬੋਲੀ ਜਾਣਾ। ਉੱਦਾਂ ਆਪਣੇ ਮੂੰਹੋਂ ਹੀ ਆਪਣੇ ਮੀਆਂ ਮਿੱਠੂ ਬਣਨ ਵਾਸਤੇ ਝੂਠੀਆਂ ਗੱਲਾਂ ਬਣਾ ਕੇ, ਝੂਠੀਆਂ ਬਾਤਾਂ ਬਣਾ ਕੇ ਸੁਣਾਈ ਜਾਣੀਆਂ। ਆਹ ਮੋਬਾਈਲ ਨੇ ਕਿੰਨੇ ਝੂਠ ਬੋਲਣ ਲਾ ਦਿੱਤੇ ਹੈ, ਬਿਨਾਂ ਗੱਲ ਤੋਂ ਹੀ ਝੂਠ ਬੋਲੀ ਜਾਂਦੇ ਆ। ਮੈਂ ਫਲਾਣੀ ਥਾਂ ਤੇ ਹਾਂ, ਮੈਂ ਅਮਕੀ ਥਾਂ ਤੇ ਹਾਂ, ਬਸ ਆ ਗਏ ਜੀ, ਨੇੜੇ ਹਾਂ। ਕਿੰਨੇ ਝੂਠ ਜਿਹੜੇ ਨੂੰ ਇਹਦੇ ਨਾਲ ਹੀ ਬੰਦੇ ਬੋਲੀ ਜਾਂਦੇ ਆ। ਇੱਕ ਗੱਲ ਚੇਤੇ ਰੱਖਿਓ, ਰਸਨਾ ਤੋਂ ਜੋ ਜੋ ਬੋਲਦੇ ਆ ਉਹ ਹਿਰਦੇ ਵਿੱਚ ਉਤਰਦਾ। ਜਿਹੜਾ ਜਿਹੜਾ ਅਸੀਂ ਰਸਨਾ ਤੋਂ ਬੋਲਦੇ ਆ ਨਾ ਉਹ ਅੰਦਰ ਜਾਂਦਾ। ਇਹ ਜ਼ੁਬਾਨ ਨਾਲ ਇਕੱਲੀ ਰੋਟੀ ਨਹੀਂ ਜਾਂਦੀ ਅੰਦਰ, ਇਹਦੇ ਨਾਲ ਬੋਲੇ ਬੋਲਾਂ ਦੇ ਅਸਰ ਵੀ ਅੰਦਰ ਜਾਂਦੇ ਆ। ਇਸ ਰਸਨਾ ਨਾਲ ਜਪਜੀ ਸਾਹਿਬ ਦਾ ਪਾਠ ਕਰੋਗੇ ਤਾਂ ਉਹ ਸੱਤ ਅੰਦਰ ਜਾਏਗਾ, ਤੇ ਜਿਸ ਜ਼ੁਬਾਨ ਦੇ ਨਾਲ ਨਿੰਦਾ ਕਰਨੀਆਂ, ਚੁਗਲੀ ਕਰਨੀਆਂ, ਝੂਠ ਬੋਲਣਾ, ਤੇ ਫਿਰ ਉਹੀ ਕੁਝ ਅੰਦਰ ਜਾਣਾ। ਜਿਸ ਜ਼ੁਬਾਨ ਨਾਲ ਵਾਹਿਗੁਰੂ 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 ਕਰਾਂਗੇ ਤਾਂ ਉਹਦਾ ਅਸਰ ਹਿਰਦੇ ਨੇ ਕਬੂਲਣਾ। ਇਹ ਬੜੇ ਭਾਵ ਪੂਰਵਕ ਢੰਗ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਪਾਤਸ਼ਾਹ ਕਹਿੰਦੇ ਕੀ ਕਰਨਾ ਇਸ ਰਸਨਾ ਨਾਲ? ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿ ਮਨ ਉਪਜਿਓ, ਸਗਲੇ ਦੁਖ ਪਲਾਇਣ। ਰਸਨਾ ਜਪਤੀ ਤੂੰ ਹੀ ਤੂੰ ਹੀ। ਇਹ ਰਸਨਾ ਤੂੰ ਆਂਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਵੀ ਖਾਲਸਾ ਜੀ ਬੜੇ ਮਾਇਨੇ ਰੱਖਦੀ ਹੈ। ਇਸ ਰਸਨਾ ਦੇ ਨਾਲ ਜਦੋਂ ਝੂਠ ਬੋਲਾਂਗੇ, ਇਸ ਰਸਨਾ ਨਾਲ ਜਦੋਂ ਨਿੰਦਾ ਕਰਾਂਗੇ, ਚੁਗਲੀ ਕਰਾਂਗੇ, ਤੇ ਫਿਰ ਉਹੀ ਕੁਝ ਅੰਦਰ ਜਾਣਾ। ਸੰਸਕਾਰ ਉਦਾਂ ਦੇ ਹੀ ਬਣਨੇ ਅੰਦਰ। ਕਲਯੁਗ ਕਹਿੰਦਾ ਮੈਂ ਲਾਉਣਾ ਬੰਦਿਆਂ ਨੂੰ, ਝੂਠ ਬੋਲਣ ਵਿੱਚ ਲਾਉਣਾ,
ਨਿੰਦਿਆ ਕਰਨ ਵਿੱਚ ਲਾਉਣਾ, ਚੋਰੀ ਕਰਨ ਵਿੱਚ ਲਾਉਣਾ, ਇਹੋ ਜਿਹੇ ਜਿਹੜੇ ਕਰਮ ਨੇ ਉਹਨਾਂ ਵਿੱਚ ਜੀਵਾਂ ਨੂੰ ਲਾਉਂਦਾ ਹਾਂ। ਲੰਪਟ ਲੋਭੀ ਤ੍ਰਿਸ਼ਨਾ ਪੂਰੰ, ਕਹਿੰਦਾ ਮੇਰੇ ਸਮੇਂ ਵਿੱਚ ਮੈਂ ਜੀਵਾਂ ਨੂੰ ਲੰਪਟ ਬਣਾ ਦਿੰਨਾ। ਇੰਨੀ ਜ਼ਿਆਦਾ ਲੰਪਟ ਬਿਰਤੀ ਮਨੁੱਖਾਂ ਵਿੱਚ ਪੈਦਾ ਕਰ ਦਿੰਨਾ ਵੀ ਉਹ ਛੱਡਦੇ ਹੀ ਨਹੀਂ ਉਸ ਵਸਤੂ ਨੂੰ। ਲੰਪਟ, ਲੋਭੀ, ਲਾਲਚੀ ਬਣਾ ਦਿੰਨਾ ਮੈਂ ਜੀਵਾਂ ਦੇ ਹਿਰਦਿਆਂ 'ਚ ਲਾਲਚ ਪੈਦਾ ਕਰਦਾ ਹਾਂ। ਤ੍ਰਿਸ਼ਨਾ ਪੂਰੰ, ਬਹੁਤ ਜ਼ਿਆਦਾ ਤ੍ਰਿਸ਼ਨਾ ਮਨੁੱਖ ਦੇ ਹਿਰਦੇ 'ਚ ਪੈਦਾ ਕਰ ਦਿੰਨਾ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੀਵਾਂ ਨੂੰ ਸਾੜਦਾ। ਤ੍ਰਿਸ਼ਨਾ ਇਤਨੀ ਪ੍ਰਬਲ ਹੈ ਅੱਜ ਦੇ ਸਮੇਂ 'ਚ, ਇਹ ਸ਼ਾਂਤ ਨਹੀਂ ਹੁੰਦੀ, ਇਹਦੀ ਅਗਨ ਪ੍ਰਚੰਡ ਹੀ ਹੁੰਦੀ ਚਲੀ ਜਾਂਦੀ ਹੈ, ਪ੍ਰਬਲ ਹੀ ਹੁੰਦੀ ਚਲੀ ਜਾਂਦੀ ਹੈ। ਇਹ ਇਹੋ ਜੀ ਅੱਗ ਹੈ, ਇਹਦੇ 'ਚ ਜਿੰਨਾ ਬਾਲਣ ਪਾਓ ਹੋਰ ਪ੍ਰਚੰਡ ਹੁੰਦੀ, ਜਿੰਨੇ ਪਦਾਰਥ ਆ ਜਾਣ ਹੋਰ ਵੱਧਦੀ ਚਲੀ ਜਾਂਦੀ। ਸਹਿਸ ਖੱਟੇ ਲੱਖ ਕੋਟ ਧਾਵੇ ਤੋਂ ਬਾਅਦ ਵੀ ਇਹ ਸ਼ਾਂਤ ਨਹੀਂ ਹੁੰਦੀ। ਫਿਰ ਉਸ ਤੋਂ ਅੱਗੇ, ਫਿਰ ਉਸ ਤੋਂ ਅੱਗੇ, ਪਰੇ ਪਰੇ ਤੋਂ ਹੀ ਹੋਰ ਪਰੇ ਚਲੀ ਜਾਂਦੀ। ਮਹਾਂਪੁਰਸ਼ ਕਹਿੰਦੇ ਤ੍ਰਿਸ਼ਨਾ ਦਾ ਢਿੱਡ ਆਕਾਸ਼ ਨਾਲੋਂ ਉੱਚਾ ਹੈ। ਆਕਾਸ਼ ਨੂੰ ਤੁਸੀਂ ਭਰ ਸਕਦੇ ਹੋ ਪਰ ਇਸ ਤ੍ਰਿਸ਼ਨਾ ਨੂੰ ਨਹੀਂ ਭਰ ਸਕਦੇ। ਜਿੰਨਾ ਜੋੜਾਂਗੇ ਹੋਰ ਵੱਧਦੀ ਚਲੀ ਜਾਣੀ। ਕਲਯੁਗ ਕਹਿੰਦਾ ਮੈਂ ਜੀਵਾਂ ਨੂੰ ਤ੍ਰਿਸ਼ਨਾ ਚ ਲਾਉਣਾ। ਮੇਰੇ ਸਮੇਂ ਵਿੱਚ ਜੀਵਾਂ ਦੇ ਹਿਰਦਿਆਂ 'ਚ ਬਹੁਤੀ ਤ੍ਰਿਸ਼ਨਾ, ਤ੍ਰਿਸ਼ਨਾ ਪੂਰੰ। ਪੁਰਾਣੇ ਸਮਿਆਂ 'ਚ ਬਜ਼ੁਰਗ ਕਹਿੰਦੇ ਜੀ ਅਸੀਂ ਸਬਰ ਸੰਤੋਖ 'ਚ ਸਮਾਂ ਕੱਟਿਆ। ਕਹਿੰਦੇ ਇੱਕ ਇੱਕ ਕੱਪੜਾ ਹੁੰਦਾ ਸੀ ਸਾਡੇ ਪਾਸ। ਕਈ ਵਾਰੀ ਪਰਿਵਾਰ ਦੇ 4 ਮੈਂਬਰਾਂ ਦੇ ਪਾਸ ਇੱਕ ਇੱਕ ਜੁੱਤੀ ਹੁੰਦੀ, ਉਹੀ ਵਾਰੋ ਵਾਰੀ ਪਾ ਲੈਂਦੇ। ਪਰ ਜੇ ਉਹ ਆਖਣ ਸਾਡਾ ਸਮਾਂ ਸਬਰ ਸੰਤੋਖ ਵਾਲਾ ਸੀ, ਅੱਜ ਦੇ ਸਮੇਂ ਦੇ ਲੋਕ ਜਿਹੜੇ ਨੇ ਤ੍ਰਿਸ਼ਨਾਲੂ ਹੋ ਗਏ ਨੇ, ਤਾਂ ਮੇਰੀ ਮਾਨਿਅਤਾ ਇਦਾਂ ਦੀ ਹੈ ਵੀ ਉਦੋਂ ਹੈ ਹੀ ਇੱਕ ਸੀ। ਜੇ ਤੁਹਾਡੇ ਕੋਲੋਂ 4 ਹੁੰਦੀਆਂ ਜਾਂ 8 ਹੁੰਦੀਆਂ ਤੁਸੀਂ ਕਿਹੜਾ ਖੈਰ ਗੁਜ਼ਾਰਨੀ ਸੀ। ਹੁਣ ਵੱਧ ਹੋ ਗਏ ਨੇ ਤੇ ਉਸ ਤਰੀਕੇ ਨਾਲ ਚੱਲ ਪਏ ਨੇ। ਸਬਰ ਸੰਤੋਖ ਦਾ ਭਜਨ ਵਿੱਚ ਹੀ ਆਉਂਦਾ, ਚਾਹੇ ਉਹ ਪਿਛਲਾ ਸਮਾਂ ਸੀ, ਚਾਹੇ ਹੁਣ ਦਾ ਹੈ, ਚਾਹੇ ਆਉਣ ਵਾਲੇ ਸਮੇਂ ਦਾ ਹੋਵੇਗਾ। ਤ੍ਰਿਸ਼ਨਾ ਜਿਹੜੀ ਹੈ ਇਹ ਜੀਵਾਂ ਦੇ ਹਿਰਦਿਆਂ ਵਿੱਚ ਕਹਿੰਦਾ ਮੈਂ ਪੂਰੰਗ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਤ੍ਰਿਸ਼ਨਾ ਲਾ ਦਿੰਦਾ ਹਾਂ। ਬਾਟ ਪਾਰ ਸੋ ਸੂਰ ਕਹਾਵਹਿ ਹੈ। ਮੇਰੇ ਸਮੇਂ ਵਿੱਚ ਬੜੇ ਬੜੇ ਸੂਰਮੇ ਨੇ ਆ ਜਿਹੜੇ ਦੱਸੇ ਨੇ ਉੱਤੇ। ਚੋਰੀ, ਯਾਰੀ, ਨਿੰਦਾ, ਝੂਠ, ਤ੍ਰਿਸ਼ਨਾ, ਲੋਭ, ਲੰਪਟ ਬਿਰਤੀ। ਬਾਟ ਪਾਰ ਦਾ ਮਤਲਬ ਹੁੰਦਾ ਵੀ ਰਾਹਮਾਰੀ ਕਰਨੀ, ਰਸਤੇ 'ਚ ਖਲੋਤਿਆਂ ਨੂੰ ਲੁੱਟ ਲੈਣਾ। ਇਹ ਜਿਹੜੇ ਇਹ ਮੇਰੇ ਸੂਰਮੇ ਨੇ ਮਹਾਰਾਜ ਜੀ, ਸਤਿਗੁਰਾਂ ਨੂੰ ਦੱਸਦਾ ਕਲਯੁਗ, ਇਹ ਮੇਰੇ ਸੂਰਮੇ ਹਨ। ਪਿਸ਼ਨ ਬੜੇ ਆਦਰ ਕੋ ਪਾਵਹਿ। ਕਹਿੰਦਾ ਮੇਰੇ ਸਮੇਂ ਵਿੱਚ ਗੁਰੂ ਸਾਹਿਬ ਜੀ ਮੈਂ ਪਤਾ ਕਿਹਨਾਂ ਨੂੰ ਆਦਰ ਦਿਵਾਉਣਾ, ਜਿਹੜੇ ਚੁਗਲਖੋਰ ਹੁੰਦੇ। ਪਿਸ਼ਨ ਕਹਿੰਦੇ ਨੇ ਚੁਗਲਖੋਰ ਨੂੰ। ਕਹਿੰਦਾ ਮੇਰੇ ਸਮੇਂ 'ਚ ਜਿਹੜੇ ਚੁਗਲੀ ਕਰਦੇ ਨੇ ਉਹਨਾਂ ਦਾ ਆਦਰ। ਕਲਯੁਗ 'ਚ ਚੁਗਲਖੋਰਾਂ ਦਾ ਬੜਾ ਆਦਰ ਹੁੰਦਾ। ਵੇਖ ਕੇ ਨਾ ਕੋਈ ਚੁਗਲਖੋਰ ਕੋਈ ਆ ਜਾਏ, ਉਹਨੂੰ ਵੇਖ ਕੇ ਜਿਹਨੇ ਚੁਗਲੀ ਸੁਣਨੀ ਹੁੰਦੀ ਹੈ ਪਹਿਲਾਂ ਕਹਿੰਦਾ ਉਹ ਛੇਤੀ ਕੁਰਸੀ ਬਿਛਾਓ, ਜਨਾਬ ਜੀ ਆਏ ਆ, ਜਨਾਬ ਜੀ। ਪਤਾ ਵੀ ਇਹਨੇ ਹੁਣ ਕੋਈ ਚੁਗਲੀ ਸੁਣਾਉਣੀ, ਕੋਲ ਬਿਠਾ ਕੇ ਲਿਆਓ ਛੇਤੀ ਠੰਡਾ ਲਿਆਓ। ਕੀ ਛਕੋਗੇ ਮਹਾਰਾਜ? ਹਾਲੇ ਇੰਨੇ ਨੂੰ ਠੰਡਾ ਤੱਤਾ ਆਉਣਾ ਹੁੰਦਾ, ਪਹਿਲਾਂ ਹੀ ਉਹਦੇ ਕੋਲੋਂ ਚੁਗਲੀ ਸੁਣਾ। ਦੱਸ, ਹਾਂ ਹੁਣ ਦੱਸ ਕੀ ਕਹਿੰਦਾ ਸੀ ਤੂੰ? ਫੋਨਾਂ ਤੇ ਨਹੀਂ ਗੱਲਾਂ ਹੁੰਦੀਆਂ, ਮੈਂ ਤਾਂ ਤੈਨੂੰ ਸੱਦਿਆ। ਚੁਗਲਖੋਰ ਦੀ ਜਿਹੜੀ ਇੱਜ਼ਤ ਹੈ ਨਾ, ਉਹ ਕਲਯੁਗ 'ਚ ਕਹਿੰਦਾ ਮੈਂ ਚੁਗਲਖੋਰਾਂ ਦਾ ਬੜਾ ਸਤਿਕਾਰ ਕਰਾਉਣਾ। ਮੇਰੇ ਸਮੇਂ 'ਚ ਚੁਗਲਖੋਰਾਂ, ਜਿਹੜਾ ਕੋਈ ਸੱਚ ਕਹੇ ਉਹਨੂੰ ਤਾਂ ਕਹਿੰਦਾ ਮੈਂ ਛਿੱਤਰ ਪਵਾਉਣਾ, ਜਿਹੜਾ ਚੁਗਲੀ ਕਰੇ ਕਹਿੰਦਾ ਮੈਂ ਉਹਦਾ ਆਦਰ ਕਰਨਾ, ਕਿਉਂਕਿ ਮੈਂ ਉਲਟਾ ਕੰਮ ਕੀਤਾ ਹੋਇਆ ਸਮੇਂ 'ਚ। ਕਲਯੁਗ 'ਚ ਚੁਗਲਖੋਰਾਂ ਦਾ ਆਦਰ ਹੈ, ਸਤਿਕਾਰ ਹੈ। ਹਾਂਜੀ। ਬਹੁ ਬੋਲਤ ਸੇ ਗੁਣੀ ਕਹਾਵਹਿ। ਕਹਿੰਦਾ ਮੇਰੇ ਸਮੇਂ 'ਚ ਮੈਂ ਗੁਣੀ, ਪਤਾ ਕਿਹਨੂੰ ਕਹਾਉਣਾ ਵੀ ਗੁਣੀ ਬੰਦਾ ਜੀ ਇਹ। ਕਹਿੰਦੇ ਜਿਹੜਾ ਜ਼ਿਆਦਾ ਬੋਲੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ ਵਿੱਚ ਗੁਣੀ ਕਹਾਉਣਾ। ਕਲਯੁਗ ਕਹਿੰਦਾ ਮੇਰੇ ਸਮੇਂ ਜਿਹੜਾ ਬਹੁਤਾ ਬੋਲੇ ਉਹ ਗੁਣੀ। ਜਿਹੜਾ ਬਹੁਤਾ ਬੋਲੇ, ਮੈਂ ਇਦਾਂ ਕਹਿ ਸਕਦਾ ਵੀ ਜਿਹੜਾ ਮੇਰੇ ਵਾਂਗੂ ਬਹੁਤਾ ਬੋਲੇ ਕਲਯੁਗ ਵਿੱਚ ਉਹਨੂੰ ਕਹਿੰਦੇ ਗਿਆਨੀ। ਗੁਰੂ ਖਾਲਸਾ ਜੀ ਬੋਲਣ ਨਾਲ ਗੁਣ ਦਾ ਕੋਈ ਕਿਸੇ ਪ੍ਰਕਾਰ ਦਾ ਸੰਬੰਧ ਨਹੀਂ। ਬੋਲਦੇ ਤਾਂ ਬਹੁਤ ਸਾਰੇ ਜੀਵ ਜੰਤੂ ਪਏ ਐ,
ਕਾਂ ਵੀ ਬੋਲਦਾ, ਕੋਇਲਾਂ ਵੀ ਬੋਲਦੀਆਂ ਨੇ, ਬੜੇ ਬੜੇ ਜੀਵ ਜੰਤੂ ਬੋਲਦੇ ਐ। ਬੋਲਣ ਨਾਲ ਗੁਣ ਦਾ ਤਾਂ ਕੋਈ ਸੰਬੰਧ ਨਹੀਂ ਨਾ, ਗੁਣ ਤਾਂ ਗੁਣ ਹੈ, ਉਹ ਆਪਣੇ ਆਪ ਅੰਦਰੋਂ। ਕਹਿੰਦਾ ਕਲਯੁਗ ਕਹਿੰਦਾ ਮੇਰੇ ਸਮੇਂ ਵਿੱਚ ਜਿਹੜੇ ਬਹੁਤਾ ਬੋਲਦੇ ਨੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ 'ਚ ਗੁਣੀ ਕਹਾਉਣਾ ਵੀ ਇਹ ਗੁਣੀ ਹੈ। ਐਸਾ ਜ਼ਰੂਰੀ ਨਹੀਂ ਹੁੰਦਾ। ਸਾਡੇ ਸਮਾਜ ਵਿੱਚ ਜਿਹੜਾ ਬਹੁਤਾ ਬੋਲੇ ਅਸੀਂ ਉਹਨੂੰ ਗੁਣੀ ਕਹਿੰਦੇ ਆ, ਪਰ ਸਾਡੇ ਸਮਾਜ ਵਿੱਚ ਜਿਹੜਾ ਬਿਲਕੁਲ ਹੀ ਨਾ ਬੋਲੇ, ਬਿਲਕੁਲ ਘੱਟ ਬੋਲੇ, ਸੂਖਮ ਬੋਲੇ, ਉਹਦਾ ਵੀ ਸਾਡੇ ਸਮਾਜ ਦੇ ਵਿੱਚ ਸਤਿਕਾਰ ਹੁੰਦਾ ਹੈ, ਕਿਉਂਕਿ ਉਹ ਜੋ ਕਰਮ ਕਰਦਾ ਉਹਦੇ ਕੀਤੇ ਕਰਮ ਸਮਾਜ ਵਿੱਚ ਬੋਲਦੇ ਹੈ। ਉਹਦਾ ਹੁਨਰ ਬੋਲਦਾ, ਉਹਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ। ਪਰ ਕਲੀ ਕਾਲ ਹੈ, ਉਹ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਬਹੁਤਾ ਬੋਲਣ ਵਾਲਿਆਂ ਨੂੰ ਗੁਣੀ ਕਹਾਉਂਦਾ ਹਾਂ। ਸਾਚ ਕਹੈ ਤਿਸ ਸੱਠ ਠਹਿਰਾਵਹਿ। ਜਿਹੜਾ ਸੱਚ ਬੋਲਦਾ, ਸੱਚ ਕਹਿੰਦਾ, ਉਹਨੂੰ ਮੇਰੇ ਸਮੇਂ 'ਚ ਮੂਰਖ ਕਿਹਾ ਜਾਂਦਾ। ਇਹ ਤਾਂ ਮੂਰਖ ਹੈ, ਇਹਨੂੰ ਕੀ ਪਤਾ। ਜਿਹੜਾ ਸੱਚ ਬੋਲੇ, ਸੱਚ ਕਹਿਣ ਵਾਲੇ ਨੂੰ ਮੇਰੇ ਸਮੇਂ ਵਿੱਚ ਕਲਯੁਗ ਕਹਿੰਦਾ ਮੈਂ ਮੂਰਖ ਗਣਾਉਣਾ ਵੀ ਇਹ ਮੂਰਖ ਹੈ, ਇਹ ਕਿਹਾ ਜਾਂਦਾ ਹੈ। ਗੁਨੀਅਨ ਕੇਰ ਨਿਰਾਦਰ ਹੋ। ਫਿਰ ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਜਿਹੜੇ ਗੁਣੀ ਨੇ ਨਾ, ਗੁਣੀ, ਉਹਨਾਂ ਗੁਣੀਆਂ ਦਾ ਨਿਰਾਦਰ ਕਰਾਉਣਾ। ਮੇਰੇ ਸਮੇਂ 'ਚ ਗੁਣੀਆਂ ਦਾ, ਗੁਣਵਾਨਾਂ ਦਾ ਨਿਰਾਦਰ ਹੁੰਦਾ ਹੈ। ਜਿਹੜੇ ਔਗਣੇ ਆ ਰਹੇ ਨੇ ਉਹਨਾਂ ਦੀ ਪੂਜਾ ਹੁੰਦੀ ਹੈ। ਕਲਯੁਗ ਦੇ ਵਿੱਚ ਖਾਲਸਾ ਜੀ ਗੁਣੀਆਂ ਦੀ ਕਦਰ ਨਹੀਂ, ਗੁਣਵਾਨਾਂ ਦੀ ਕਦਰ ਨਹੀਂ। ਜਿਨ੍ਹਾਂ ਦੇ ਅੱਲੇ ਪੱਲੇ ਕੋਈ ਗੁਣ ਨਹੀਂ ਉਹਨਾਂ ਦੀ ਪੂਜਾ। ਇਹ ਕਲਯੁਗ ਦਾ ਸਮਾਂ, ਇਹਨੂੰ ਹੀ ਕਲਯੁਗ ਕਹਿੰਦੇ ਆ। ਹੋਰ ਇਹ ਤਾਂ ਨਹੀਂ ਵੀ ਹੈ ਕਿ ਕੋਈ ਕੁਝ ਬਦਲ ਗਿਆ ਜਾਂ ਚੰਦਰਮਾ ਸੂਰਜ ਤਾਰੇ ਬਦਲ ਗਏ ਨੇ, ਇਹੀ ਕਲਯੁਗ ਹੈ। ਕਲਯੁਗ ਦਾ ਆਪ ਦੱਸ ਰਿਹਾ, ਕਹਿੰਦਾ ਮੈਂ ਗੁਣੀਆਂ ਦਾ ਅਨਾਦਰ ਕਰਾਉਣਾ ਕਲਯੁਗ ਵਿੱਚ। ਹਾਂਜੀ। ਭੂਪ ਨਿਕਟ ਬੈਠੇ ਸੱਠ ਜੋ। ਕਹਿੰਦਾ ਮੇਰੇ ਸਮੇਂ ਵਿੱਚ ਮੈਂ ਹੋਰ ਕੀ ਕਰਦਾ, ਸੁਣੋ ਜੀ। ਰਾਜਿਆਂ ਦੇ ਪਾਸ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹ ਮੂਰਖ ਨੇ। ਹਾਲਾਂਕਿ ਰਾਜੇ ਦਾ ਸਲਾਹਕਾਰ ਹੋਣਾ ਚਾਹੀਦਾ ਜਿਹੜਾ ਬੁੱਧੀਮਾਨ ਹੋਵੇ। ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਨੇੜੇ ਮੂਰਖਾਂ ਨੂੰ ਇਕੱਠਾ ਕਰਕੇ ਰੱਖਦਾ। ਰਾਜਿਆਂ ਨੂੰ ਮੂਰਖ ਘੇਰ ਕੇ ਰੱਖਦੇ ਨੇ, ਜਿਨ੍ਹਾਂ ਨੂੰ ਆਪਾਂ ਆਮ ਸ਼ਬਦਾਂ 'ਚ ਕਹਿ ਦਿੰਦੇ ਆ ਚਮਚੇ। ਅੱਜ ਕੱਲ੍ਹ ਦੀ ਭਾਸ਼ਾ 'ਚ ਉਹ ਜਿਹੜੇ ਚਮਚੇ ਹੁੰਦੇ ਆ ਨਾ, ਉਹਨਾਂ ਰਾਜਿਆਂ ਦੀਆਂ ਅੱਖਾਂ ਹੀ ਨਹੀਂ ਖੁੱਲਣ ਦਿੰਦੇ। ਉਹ ਕਹਿੰਦੇ ਨਾ ਮਹਾਰਾਜ ਤੁਸੀਂ ਹੋ, ਜਿਹੜੀ ਸਹੀ ਰਿਪੋਰਟ ਆ ਉਹਨਾਂ ਤੱਕ ਨਹੀਂ ਪਹੁੰਚਦੀ ਕਰਦੇ। ਮਹਾਰਾਜ ਤੁਸੀਂ ਜੋ ਕਰੋ, ਤੁਸੀਂ ਉਬਾਸੀ ਵੀ ਜਿਹੜੀ ਲੈਂਦੇ ਹੋ ਇਹਦੇ ਨਾਲ ਵੀ ਤੁਹਾਡੇ ਆਕਸੀਜਨ ਫੇਫੜਿਆਂ 'ਚ ਨਹੀਂ ਜਾਂਦੀ, ਸਗੋਂ ਤੁਸੀਂ ਆਕਸੀਜਨ ਬਾਹਰ ਕੱਢਦੇ ਹੋ। ਉਹ ਤਾਂ ਇਦਾਂ ਦੀਆਂ ਸਿਫਤਾਂ ਕਰਦੇ ਆ। ਮਹਾਰਾਜ ਤੁਸੀਂ ਜਦੋਂ ਕਿਤੇ ਟੁਰ ਕੇ ਜਾਂਦੇ ਹੋ, ਤੁਹਾਡੇ ਟੁਰਨ ਨਾਲ ਵੀ ਲੋਕਾਂ ਦਾ ਭਲਾ ਹੁੰਦਾ। ਟੁਰਦੇ ਤੁਸੀਂ ਹੋ, ਸ਼ੂਗਰ ਲੋਕਾਂ ਦੀ ਘਟ ਜਾਂਦੀ ਹੈ। ਚਮਚਿਆਂ ਦਾ ਕੰਮ ਹੁੰਦਾ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਆਲੇ ਦੁਆਲੇ ਮੂਰਖਾਂ ਦੇ ਟੋਲੇ ਇਕੱਠੇ ਕਰ ਦਿੰਦਾ। ਉਹ ਮੂਰਖ ਰਾਜਿਆਂ ਨੂੰ ਸਲਾਹਾਂ ਦਿੰਦੇ ਆ। ਤਦੇ ਤੇ ਇਹੋ ਜਿਹੀਆਂ ਨੀਤੀਆਂ ਆਉਂਦੀਆਂ, ਸਾਡੇ ਲੋਕ ਵਿਚਾਰੇ ਤੜਫਦੇ ਰਹਿ ਜਾਂਦੇ ਆ। ਉਹ ਆ ਕੀ ਕਰਦੇ, ਚੰਗੇ ਭਲੇ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਕੰਮ ਗਲਤ ਹੈ, ਇਹ ਨੀਤੀ ਸਹੀ ਨਹੀਂ, ਪਰ ਉਹ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ। ਕਿਉਂ? ਨੇੜੇ ਤੇੜੇ ਮੂਰਖਾਂ ਦੇ ਟੋਲੇ ਇਹੋ ਜਿਹੇ ਨੇ। ਉਹ ਕਹਿੰਦੇ ਮਹਾਰਾਜ ਤੁਸੀਂ ਚੰਗਾ ਹੀ ਕਰਨਾ, ਜੋ ਕਰਨਾ ਤੁਸੀਂ ਭਲਾ ਹੀ ਕਰਨਾ, ਤੁਸੀਂ ਤਾਂ ਕੰਮ ਮਾੜਾ ਕਰ ਹੀ ਨਹੀਂ ਸਕਦੇ, ਅਕਲ ਨਹੀਂ ਦਿੰਦੇ। ਉਹ ਮੂਰਖ ਜਦੋਂ ਰਾਜਿਆਂ ਦੇ ਆਲੇ ਦੁਆਲੇ ਹੁੰਦੇ ਆ, ਉਦੋਂ ਸਮਾਜ ਗਰਕ ਹੁੰਦਾ ਹੈ। ਕਲਯੁਗ ਕਹਿੰਦਾ ਮੈਂ ਹੀ ਕੁਝ ਕਰਦਾ। ਹਾਂਜੀ। ਦੋਹਰਾ ਕਲ ਮਲ ਆਲਿਆ ਹੋਏ ਨਰ, ਕਿਰਪਨ ਨਾ ਕਰਹੀ ਦਾਨ। ਫਿਰ ਕਹਿੰਦਾ ਕਲਯੁਗ ਕਹਿੰਦਾ ਮੈਂ ਆਪਣੇ ਸਮੇਂ 'ਚ ਜੀਵਾਂ ਨੂੰ ਕਲ ਮਲ, ਪਾਪ ਕਰਮ ਵਾਲੇ ਪਾਸੇ ਪ੍ਰੇਰਦਾ। ਕਲ ਮਲ ਆਲਿਆ, ਮਾੜੇ ਭੈੜੇ ਪਾਪਾਂ ਦਾ ਘਰ ਬਣ ਜਾਂਦੇ ਨੇ ਲੋਕ। ਲੋਕਾਂ ਨੂੰ ਮੈਂ ਇੰਨਾ ਕੰਜੂਸ ਕਰ ਦਿੰਦਾ ਆਪਣੇ ਸਮੇਂ 'ਚ। ਜੇ ਧਰਮ ਅਰਥ ਦਾਨ ਕਰਨਾ ਹੋਵੇ ਤੇ ਕਹਿੰਦੇ ਮੈਂ ਕਲਯੁਗ ਕਹਿੰਦਾ ਆਪਣੇ ਸਮੇਂ ਵਿੱਚ ਧਰਮ ਅਰਥ ਲੋਕਾਂ ਨੂੰ ਦਾਨ ਨਹੀਂ ਕਰਨ ਦਿੰਦਾ। ਉਹ ਪੈਸਾ ਜੇ ਕਿਤੇ ਕੰਜਰਖਾਨੇ ਤੇ ਲਾਣਾ ਹੋਵੇ ਝੱਟ ਲਾ ਦਿੰਦਾ। ਜੇ ਕਿਤੇ ਉਹਦੇ ਵਿੱਚੋਂ ਇੱਕ ਅੱਧਾ ਹਿੱਸਾ ਧਰਮ ਵਾਸਤੇ ਲਾਣਾ ਹੋਵੇ, ਕਲਯੁਗ ਕਹਿੰਦਾ ਮੈਂ ਨਹੀਂ ਲਾਉਣ ਦਿੰਦਾ, ਕੰਜੂਸ ਬਣਾ ਦਿੰਦਾ।
ਉੱਥੇ ਰਾਗੀਆਂ ਢਾਡੀਆਂ ਨਾਲ ਵੀ ਉਹ ਬੰਦੇ ਲੜਦੇ ਹੁੰਦੇ। ਉਹ ਰੱਬ ਦਾ ਨਾਂ ਵੇਚਦੇ ਹੋ ਤੁਸੀਂ। ਜਿਹੜਾ ਉੱਥੇ ਲਾਇਆ ਹੁੰਦਾ ਉਹ ਧੀਆਂ ਭੈਣਾਂ ਇਹਨਾਂ ਦੀਆਂ ਨਚਾਉਂਦਾ ਗੰਦੇ ਗੀਤ ਗਾ ਕੇ, ਉੱਥੇ ਜਾ ਕੇ ਫਿਰ ਜਿਹੜੀ ਉਦਾਰਤਾ ਹੁੰਦੀ ਹੈ ਧਰਮ, ਇਹ ਕਲਯੁਗ ਹੈ ਖਾਲਸਾ ਜੀ, ਇਹੀ ਕਲਯੁਗ ਹੈ। ਇਸੇ ਨੂੰ ਕਲਯੁਗ, ਧਰਮ ਅਰਥ ਨਹੀਂ ਖਰਚ ਹੁੰਦਾ। ਕਹਿੰਦਾ ਧਰਮ ਅਰਥ ਖਰਚਣ ਵੇਲੇ ਮੈਂ ਲੋਕਾਂ ਨੂੰ ਰੱਜ ਕੇ ਕੰਜੂਸ ਬਣਾ ਦਿੰਨਾ। ਕਰੋੜਾਂਪਤੀ ਬੰਦੇ ਵੀ ਕਹਿੰਦਾ ਮੈਂ ਧਰਮ ਅਰਥ ਦੇ ਜਦੋਂ ਖਰਚਣ ਵਾਸਤੇ ਉਹਨਾਂ ਨੂੰ ਖਰਚਣਾ ਪੈਂਦਾ ਉਦੋਂ ਕੰਜੂਸ ਹੋ ਜਾਂਦੇ। ਹਾਂ, ਜਿਨ੍ਹਾਂ ਅੰਦਰ ਗੁਰੂ ਸਾਹਿਬ ਜੀ ਦੀ ਕਣੀ ਹੈ, ਜਿਹੜੇ ਸੱਜੇ ਹੱਥ ਨਾਲ ਦਾਨ ਕਰਨ ਤੇ ਖੱਬੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਐਸੇ ਵੀ ਹਨ। ਮੈਂ ਪਹਿਲੋਂ ਬੇਨਤੀ ਕੀਤੀ ਆ ਵੀ ਕਲਯੁਗ ਗੁਰਮੁਖਾਂ ਵਾਸਤੇ ਨਹੀਂ ਹੈ, ਕਲਯੁਗ ਰੱਬ ਦੇ ਪਿਆਰਿਆਂ ਵਾਸਤੇ ਨਹੀਂ ਹੈ, ਕਲਯੁਗ ਬੰਦਗੀ ਕਰਨ ਵਾਲਿਆਂ ਵਾਸਤੇ ਨਹੀਂ ਹੈ। ਕਲਯੁਗ ਹੈ ਪਾਪੀਆਂ ਵਾਸਤੇ, ਕਲਯੁਗ ਹੈ ਅਧਰਮੀਆਂ ਵਾਸਤੇ, ਕਲਯੁਗ ਹੈ ਡਿੱਗੇ ਹੋਏ ਕਿਰਦਾਰਾਂ ਵਾਲਿਆਂ ਵਾਸਤੇ। ਕਲਯੁਗ ਕਹਿੰਦਾ ਮੈਂ ਲੋਕਾਂ ਨੂੰ ਇੰਨਾ ਕਿਰਪਨ ਬਣਾ ਦਿੰਨਾ, ਕੰਜੂਸ ਬਣਾ ਦਿੰਨਾ ਕਿ ਧਰਮ ਅਰਥ ਮੈਂ ਉਹਨਾਂ ਨੂੰ ਦਾਨ ਨਹੀਂ ਕਰਨ ਦਿੰਦਾ। ਹਾਂਜੀ, ਕਿਰਪਨ, ਕਿਰਪਨ ਨਾ ਕਰਹੀਂ ਦਾਨ, ਕਿਰਪਨ ਕਹਿੰਦੇ ਆ ਕੰਜੂਸ ਨੂੰ। ਹਾਂਜੀ, ਧਰਮ ਹੈ ਤੇ ਵਿਪਰੀਤ ਹੋਏ ਪਾਵੇਂ ਕਸ਼ਟ ਨਿਦਾਨ। ਕਹਿੰਦਾ ਧਰਮ ਤੋਂ ਵਿਪਰੀਤ ਕਰ ਦਿੰਨਾ ਲੋਕਾਂ ਨੂੰ, ਧਰਮ ਤੋਂ ਉਲਟ ਚਲਾ ਦਿੰਨਾ ਲੋਕਾਂ ਨੂੰ। ਜਿਹੜੀਆਂ ਧਰਮ ਦੀਆਂ ਰਹੁ ਰੀਤੀਆਂ ਮਰਿਆਦਾਵਾਂ ਨੇ ਉਹਨਾਂ ਤੇ ਮੈਂ ਕਿੰਤੂ ਕਰਨ ਲਾ ਦਿੰਨਾ ਲੋਕਾਂ ਨੂੰ। ਕਲਯੁਗ ਵਿੱਚ ਅੱਜ ਧਰਮ ਦੇ ਚੱਲ ਰਹੇ ਜਿਹੜੇ ਧਰਮ ਦੀਆਂ ਰੀਤੀਆਂ ਨੇ ਮਰਿਆਦਾਵਾਂ ਨੇ ਜੋ ਪੁਰਾਤਨ ਸਮਿਆਂ ਤੋਂ ਚਲਦੀਆਂ ਆ ਰਹੀਆਂ, ਸਾਡਿਆਂ ਵੱਡਿਆਂ ਵਡੇਰਿਆਂ ਬਜ਼ੁਰਗਾਂ ਦੇ ਸਮੇਂ ਤੋਂ, ਕਲਯੁਗ ਕਹਿੰਦਾ ਮੈਂ ਉਹਨਾਂ ਦੇ ਉੱਤੇ ਕਿੰਤੂ ਕਰਨ ਲਾ ਦਿੰਦਾ। ਲੋਕ ਉਹਨਾਂ ਤੇ ਕਿੰਤੂ ਕਰਨ ਲੱਗ ਪਏ। ਆਹ ਕੀ ਹੋ ਰਿਹਾ ਜੀ, ਇਹ ਕੀ ਕਰ ਰਹੇ ਨੇ ਜੀ। ਕਲਯੁਗ ਦੇ ਵਿੱਚ ਧਰਮ ਦੇ ਉੱਤੇ ਕਿੰਤੂ ਕਰਨ ਵਾਲੇ, ਧਰਮ ਤੋਂ ਵਿਪਰੀਤ ਬੁੱਧੀ ਵਾਲੇ ਲੋਕ, ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਉਹ ਜ਼ਿਆਦਾ ਫਲੀਭੂਤ ਕਰਦਾ, ਉਹਨਾਂ ਨੂੰ ਜ਼ਿਆਦਾ ਫਲਾਉਂਦਾ ਹਾਂ। ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ ਪਾਵਹਿ ਕਸ਼ਟ ਨਿਦਾਨ, ਉਹ ਅੰਤ ਨੂੰ ਬੜੇ ਕਸ਼ਟ ਪਾਉਂਦੇ ਆ ਫਿਰ ਇਹੋ ਜਿਹੇ ਕਰਮ ਕਰਕੇ। ਜਿਹੜੇ ਬ੍ਰਾਹਮਣ ਵਿਵਹਾਰੀ ਨੇ ਕਹਿੰਦਾ ਮੈਂ ਉਹਨਾਂ ਦਾ ਸੰਸਾਰ ਵਿੱਚ ਜ਼ਿਆਦਾ ਮਾਣ ਸਨਮਾਨ ਬਣਾਉਣਾ। ਵਿਵਹਾਰੀ ਬ੍ਰਾਹਮਣ ਜਿਹੜੇ ਕਿਸੇ ਦਾ ਹੱਥ ਵੇਖਣ ਤੇ ਕਹਿਣ ਲਿਆ 1000 ਰੁਪਈਆ ਧਾਰ ਇੱਥੇ, ਤੇਰੀ ਆਹ ਰੇਖਾ ਚਾਹ ਕੁਝ ਹੈ ਤੇ ਆਹ ਕੁਝ ਤੇਰੇ ਤੇ ਰਾਹੂ ਹੈ ਤੇ ਆਹ ਤੇਰੇ ਤੇ ਕੇਤੂ ਹੈ। ਜਿਹੜਾ ਬ੍ਰਾਹਮਣ ਆਹ ਕੰਮ ਕਰੇ, ਵਪਾਰ ਕਰੇ, ਕਹਿੰਦਾ ਕਲਯੁਗ ਵਿੱਚ ਮੈਂ ਉਹਨਾਂ ਦੀ ਪੂਜਾ ਕਰਾਉਂਦਾ ਹਾਂ। ਤਿੰਨ ਕੋ ਆਦਰ ਹੋਏ ਮਹਾਨਾ, ਉਹਨਾਂ ਦਾ ਆਦਰ ਹੁੰਦਾ। ਵੇਖੋ ਜੀ ਫਲਾਣਾ ਬ੍ਰਾਹਮਣ ਬੜਾ ਕੁਝ ਵਧੀਆ ਦੱਸਦਾ, ਫਲਾਣਾ ਜੋਤਸ਼ੀ ਬੜਾ ਕੁਝ ਦੱਸਦਾ, ਫਲਾਣੇ ਨੇ ਮੈਨੂੰ ਆਹ ਕੁਝ ਦੱਸਿਆ ਸੀ, ਅਮਕੇ ਨੇ ਆਹ ਦੱਸਿਆ ਸੀ। ਉਹਨਾਂ ਦਾ ਕਹਿੰਦਾ ਮੈਂ ਆਪਣੇ ਸਮੇਂ 'ਚ ਸਨਮਾਨ ਕਰਾਉਣਾ। ਵੇਦ ਪਾਠ ਕੀ ਤਤ ਵਿਚਾਰੀ, ਜਿਹੜੇ ਬ੍ਰਾਹਮਣ ਵੇਦ ਪੜਨ ਵਾਲੇ, ਅਸਲ ਵਿੱਚ ਬ੍ਰਾਹਮਣ ਨੇ, ਬ੍ਰਹਮ ਬਿੰਦਾ ਤੇ ਸਦਾ ਬ੍ਰਹਮਤਰ ਹੈ। ਜਿਹੜੇ ਵੇਦ ਪਾਠ ਪੜਨ ਵਾਲੇ, ਜਿਹੜੇ ਗੁਣੀ ਨੇ, ਜਿਨ੍ਹਾਂ ਨੇ ਕਦੇ ਵੇਦ ਪੜ੍ਹੇ ਨਹੀਂ, ਉਹਨਾਂ ਬ੍ਰਾਹਮਣਾਂ ਦੀ ਪੂਜਾ। ਜਿਨ੍ਹਾਂ ਨੇ ਕਦੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੀ ਨਹੀਂ, ਉਹਨਾਂ ਦੀ ਪੂਜਾ। ਜਿਹੜੇ ਪੜ੍ਹੇ ਲਿਖੇ ਨੇ, ਧਰਮ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਨੇ, ਉਹ ਕਹਿੰਦਾ ਮੇਰੇ ਸਮੇਂ 'ਚ ਰੁਲਦੇ ਫਿਰਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈ। ਆਹ ਕੁਝ ਹੁੰਦਾ ਸਾਡੇ ਸਮਾਜ ਵਿੱਚ। ਜਿਹੜਾ ਕੱਚ ਪਿੱਚ ਸੁਣਾਵੇ ਉਹਦੀ ਬੜੀ ਸੋਭਾ, ਜਿਹੜਾ ਤਤਵ ਬੋਲ ਸੁਣਾਵੇ, ਧਰਮ ਗ੍ਰੰਥਾਂ ਵਿੱਚੋਂ ਪੜ੍ਹ ਕੇ ਅਧਿਐਨ ਕਰਕੇ ਸੁਣਾਵੇ, ਉਹਦੀ ਕੋਈ ਕਦਰ ਨਹੀਂ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ 'ਚ ਆਹੀ ਕੁਝ ਕਰਦਾ ਹਾਂ। ਇਹੀ ਕੁਝ ਹੋ ਰਿਹਾ ਹੈ। ਹਾਂਜੀ, ਤਿੰਨ ਹੈ ਕਹਿਤ ਇਹ ਫਿਰਤ ਖੁਆਰੀ, ਤੇ ਜਿਹੜੇ ਤਤਵ ਵੇਤਾ ਨੇ, ਪੜ੍ਹੇ ਲਿਖੇ ਨੇ, ਵੇਦ ਸ਼ਾਸਤਰਾਂ ਦੇ ਚੰਗੇ ਵਿਦਵਾਨ ਨੇ, ਉਹਨਾਂ ਨੂੰ ਲੋਕ ਪਤਾ ਕੀ ਕਹਿੰਦੇ, ਇਹਦਾ ਉਦਾਂ ਹੀ ਮਾਰੀ ਜਾਂਦਾ ਖੁਆਰ ਦੀਆਂ ਗੱਲਾਂ। ਕੋਈ ਕਥਾ ਤਾਂ ਉਹ ਫਲਾਣਾ ਬੰਦਾ ਕਰਦਾ, ਉਹ ਕੀ ਕਰਦਾ? ਜੋ ਕੱਚ ਪਿੱਚ ਸੁਣਾਵੇ, ਸੱਜੇ ਖੱਬੇ ਨੈਟ ਤੋਂ ਵੇਖ ਕੇ ਉੱਥੇ ਆਹ ਕੁਝ ਉਹਨੇ ਆਖਿਆ, ਉਹਨੇ ਆਹ ਆਖਿਆ, ਕਹਿੰਦੇ ਜੀ ਆਹ ਕਥਾ। ਜਿਹੜਾ ਗੁਰਬਾਣੀ ਦੀ ਕਥਾ ਸੁਣਾਵੇ, ਜਿਹੜਾ ਹਰੀ ਜਸ ਸੁਣਾਵੇ, ਜਿਹੜਾ ਇਤਿਹਾਸ ਸੁਣਾਵੇ, ਉਹਦੇ ਬਾਰੇ ਕਹਿੰਦੇ ਕੋਈ ਕਥਾ ਥੋੜੀ ਹੈ। ਕਲਯੁਗ ਵਿੱਚ ਆ ਵੀ ਕੁਝ ਹੁੰਦਾ। ਵਿਦਵਾਨਾਂ ਦੀ ਬੇਕਦਰੀ,
और जिन्होंने विद्या का कोई इल्म नहीं उन्हां दी कदर। कलयुग कहना मैं यही कुछ करदा, यही कुछ कराउंदा हां। भूप कहे हमको नित टोटू। जेड़े राजे ने वो हमेशा उच्ची उच्ची होका दे के ही आखदे कि सानू तां घाटा पै गया जी, साडा खजाना खाली, खजाना खाली। वो भले बाणसो लोग तां भर रहे ने सारा कुछ, खाली तुसीं कर रहे हो। दुनिया कहे लोग आखण भाई वो साडे बारे कोई खजाना खाली, पहले खाली कर गए, दूजे खाली कर गए, तीजे कर गए, जो कर गए हुण तुसीं भर लो बई। यह कलयुग का समा है। कलयुग कहना जिहड़े राजे ने वो उच्ची उच्ची आखणगे लोकां नूं जे सानू घाटा पै रहा है, असीं घाटे 'च चल रहे हैं, साडी सरकार घाटे 'च चल रही है, साडा खजाना घाटे 'च चल रहा है। कलयुग कहदा मैं राजे जदों ये गल कहण लग पैण भी असीं घाटे 'च चल रहे हैं तो लोकां दा की बनू भाई, दुनिया दा की बनू। जदों राजे कहण लग पैण, कलयुग कहदा मैं अपने समय 'च राजिਆਂ ਨੂੰ इस पासे लाया होया भी वो भी रोई जाते हैं ते कही जाते हैं सानू घाटा पै गया है। प्रजा कहे हम लेहे खसोटू। जेड़ी प्रजा है वो किहड़ा दुध नाती है, कलयुग कहना मैं भी उन्होंने पवित्र नहीं रखिया। कलयुग राजे कहते सानू घाटा पै गया ते प्रजा कहती है भी लुट लो किसी तरीके, कसर ना छड्डियो। जे किते इहो जिहा सबब बन जे प्रजा नूं भी किसी प्रकार का कुछ सरकारी या राजे का कुछ लुटना फिर उदों खैर नहीं गुजारते। प्रजा कहती है असीं लुट लीए, राजे कहते हैं सानू घाटा पै रहा, कहता आ कुछ हो रहा मेरे समय च। हाँ जी। सन्यासी संचय बहु धन को। कहता मेरे समय च जिहड़े सन्यासी ने ना, सन्यासी जिहड़े गेरू रंगे कपड़े पा के सन्यासी हो जाते घर बार छड्ड के, कहता वो सन्यासियां दी मेरे समय विच कलयुग कहता 5-5 लाख करोड़ रुपए की टर्न ओवर होगी साल दी। मेरे समय च जिहड़े सन्यासी है कहते उन्हां दा व्यापार चलणगे वड्डे वड्डे, वो करोड़ां रुपया इकट्ठा करनगे जिहड़े समय दे मेरे समय दे सन्यासी ने। हाँ जी। असन बसन अल्प गृहस्थन को। जिहड़े गृहस्थी आ बेचारे उन्हां दे घर च भंग भुजेगी, रोटी खानी भी औखी, उन्हां नूं भोजन छकना भी औखा। हालांकि सन्यासी का जिहड़ा धर्म है ना खालसा जी बड़ा करड़ा हुंदा है। सन्यासी नूं छत थल्ले रहण दी आग्या नहीं। जिहड़ा सन्यासी है ਉਹਨੂੰ ਕਿਸੇ ਭਾਂਡੇ ਵਿੱਚ ਖਾਣ ਦੀ ਇਜਾਜ਼ਤ ਨਹੀਂ, ਉਹਨੂੰ ਨਾਰੀਅਲ ਦਾ ਜਿਹੜਾ ਛਿਲਕਾ ਹੁੰਦਾ ਨਾ ਖੋਪਰ, ਉਹਦੇ 'ਚ ਖਾਣ ਦੀ ਆਗਿਆ ਵੀ ਤੂੰ ਉਹਦੇ 'ਚ ਰੋਟੀ ਖਾਣੀ ਹੈ ਸਬਜ਼ੀ ਭਾਜੀ ਪਾ ਕੇ। ਇੱਕ ਲੰਗੋਟੀ ਤੋਂ ਵੱਧ ਸੰਨਿਆਸੀ ਨੇ ਆਪਣੇ ਕੋਲ ਵੱਧ ਕੁਝ ਨਹੀਂ ਰੱਖਣਾ ਜਿਹੜਾ ਸੰਨਿਆਸੀ ਹੈ। ਪਰ ਅੱਜ ਕੱਲ ਸੰਨਿਆਸੀ ਐਸੇ ਸੰਨਿਆਸੀ ਨਹੀਂ ਹਨ। ਸੰਨਿਆਸੀ ਕਦੇ ਡੇਰੇ ਬਣਾ ਕੇ ਨਹੀਂ ਸਨ ਰਹਿੰਦੇ। सन्यासी एक जगह तो दूजे, दूजे तो तीजे थां ते विचरदियां होइयां लोकां नूं धर्म दृढ़ कराउंदे सी, उन्हां नूं दसदे सी रब दे घर दे मार्ग दी गल दसदे सी। अज वर्गे सन्यासी नहीं। कलयुग कहंदा मेरे समय च सन्यासी वो जोड़ जोड़ के खजाने भरनगे अपने, ते मेरे समय च जिहड़े गृहस्थी ने कहंदा गृहस्थियां दे घर भोजन पकड़ना भी औखा होवेगा। और गणन कर कहा सुनाऊं। महाराज जी ये मोटियां मोटियां गल्लां मैं दसदा, गिणती नहीं कर सकदा भी मैं की करा रहा ते मेरे समय च अगे होर की होना। महाराज जी वो मैं दस नहीं सकदा, ओदियां गिणतियां नहीं कर सकदा। कलगीधर स्वामी श्री गुरु गोबिंद सिंह साहब जी ने कलयुग विच अगे की होना उहदे बारे बचन लिखे है। ਜਿਹੜੇ बचन मेरे साहब ने श्री दसम बाणी विच कलकी अवतार च लिखे है ना, वो अज इन बिन उस तरह वरत रहे ने जो गुरुदेव ने 300-350 साल पहला लिख दिते, वो वरत रहे है।
ਕਹਿੰਦਾ ਜੀ ਮੈਂ ਕੀ ਗਿਣ ਕੇ ਦੱਸਾਂ ਵੀ ਹੋਰ ਮੈਂ ਕੀ ਕਰਨਾ। मोर समय को जौन प्रभाव, ਕਹਿੰਦਾ ਜੀ ਮੇਰੇ ਸਮੇਂ ਦਾ ਜਿਹੜਾ ਪ੍ਰਭਾਵ ਹੈ, जह सत तप व्रत धर्म उपासन। ਕਹਿੰਦਾ ਜੀ ਉਹਦੇ ਬਾਰੇ ਸੁਣੋ। ਜਿੱਥੇ ਸਤਸੰਗ ਹੁੰਦਾ, ਜਿੱਥੇ ਜਪ ਤਪ ਹੁੰਦਾ, ਜਿੱਥੇ ਲੋਕ ਸੰਜਮੀ ਨੇ, ਜਿੱਥੇ ਭਜਨੀਕ ਹਨ, सब एक बार है करो विनाशन। ਕਹਿੰਦਾ ਮੈਂ ਪਹਿਲਾਂ ਜ਼ੋਰ ਪਾਵਾਂਗਾ ਵੀ ਨਾ ਮੈਂ ਆਪਣੇ ਸਮੇਂ 'ਚ ਸਤ ਸੰਗਤ ਰਹਿਣ ਦੇਣੀ ਹੈ, ਨਾ ਮੈਂ ਆਪਣੇ ਸਮੇਂ 'ਚ ਜਪ ਤਪ ਰਹਿਣ ਦੇਣਾ, ਮੈਂ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਵਿਨਾਸ਼ ਕਰ ਦੇਣਾ, ਖਤਮ ਕਰ ਦੇਣਾ। दोहरा आयस अस करतार की सो तुमरी ही होए। ਕਹਿੰਦਾ ਜੀ ਇਹੀ ਹੁਕਮ ਹੈ ਮੈਨੂੰ ਕਰਤਾਰ ਦਾ। ਕਹਿੰਦੇ ਉਹ ਕਰਤਾਰ ਕਿਹੜਾ ਮਹਾਰਾਜ? ਤੁਹਾਡਾ ਹੀ ਤਾਂ ਹੁਕਮ ਹੈ। ਕਲਯੁਗ ਕਹਿੰਦਾ ਉਹ ਮਹਾਰਾਜ ਤੁਸੀਂ ਤਾਂ ਹੋ, ਤੁਹਾਡਾ ਹੀ ਤਾਂ ਹੁਕਮ ਹੈ ਮਹਾਰਾਜ ਇਹ ਕੁਝ ਕਰਨ ਦਾ, ਵੀ ਜਪ ਤਪ ਸੰਜਮ ਸਭ ਕੁਝ ਮੈਂ ਨਸ਼ਟ ਭ੍ਰਸ਼ਟ ਕਰ ਦਿਆਂ, ਕਲਯੁਗ ਵਿੱਚ ਰਹਿਣ ਹੀ ਨਾ ਦਿਆਂ ਆਪਣੇ ਸਮੇਂ 'ਚ ਕੁਝ। ਮਹਾਰਾਜ ਇਹ ਕਰਤਾਰ ਦੀ ਆਗਿਆ, ਉਹ ਵੱਖਰਾ ਕਰਤਾਰ ਥੋੜੀ ਹੈ ਮਹਾਰਾਜ, ਤੁਸੀਂ ਤਾਂ ਹੋ, ਤੁਹਾਡੀ ਤਾਂ ਹੀ ਆਗਿਆ, ਮੈਨੂੰ ਆਪ ਜੀ ਦਾ ਹੀ ਹੁਕਮ ਹੈ। अब जेह बिद उचरो प्रभु मैं मानूंगा सोए। ਮਹਾਰਾਜ ਹੁਣ ਜਿਵੇਂ ਤੁਸੀਂ ਕਹੋਗੇ, ਪਹਿਲਾਂ ਤੁਸੀਂ ਕਿਹਾ ਸੀ ਉਹ ਕਰ ਰਿਹਾ, ਅੱਗੋਂ ਜੋ ਤੁਸੀਂ ਆਖੋਗੇ ਮਹਾਰਾਜ ਉਹ ਵੀ ਮੈਂ ਹੀ ਕਰਨਾ ਪਾਤਸ਼ਾਹ, ਹੁਣ ਵੀ ਤੁਹਾਡੇ ਆਖੇ ਲੱਗ ਕੇ ਹੀ ਕਰਨਾ। ਹੁਣ ਜੋ ਆਪ ਜੀ ਫਰਮਾਓਗੇ ਮੈਂ ਉਹ ਕਰਾਂ। चौपई मैं आयस रावर अनुसारी। ਮਹਾਰਾਜ ਮੈਂ ਤੁਹਾਡੀ ਆਗਿਆ ਦੇ ਅਨੁਸਾਰੀ ਹਾਂ, ਤੁਹਾਡੇ ਹੁਕਮ ਹਾਂ, ਤੁਹਾਡੇ ਤਾਬਿਆਂ ਹਾਂ। तदपले हो कुछ भेंट हमारी। ਮਹਾਰਾਜ ਮੈਂ ਤੁਹਾਡੇ ਅਧੀਨ ਹਾਂ, ਤੁਹਾਡਾ ਦਾਸ ਹਾਂ। ਆਪ ਜੀ ਦਾ ਹੁਕਮ ਹੋਇਆ ਕਿ ਤੁਹਾਡੇ ਸੇਵਕਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ। ਐਸਾ ਵੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਕਿ ਇਹਨੇ ਆਪਣੇ ਸਰੀਰ ਉੱਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਪੇਟਿਆ ਹੋਇਆ ਸੀ, ਬੜਾ ਕੀਮਤੀ, ਪਰ ਉਹਦੇ 'ਚ ਮੋਟੀਆਂ ਮੋਟੇ ਖੱਪੇ ਜਿਹੇ ਨਿਕਲੇ ਹੋਏ। ਮਰਦਾਨਾ ਪੁੱਛਦਾ ਮਹਾਰਾਜ ਦੁਸ਼ਾਲਾ ਐਡਾ ਸੋਹਣਾ ਇਹਨੇ ਲਿਆ, ਵਿੱਚ ਖੱਪੇ ਨਿਕਲੇ, ਇਹ ਕਾਹਦੇ ਵਾਸਤੇ? ਮਹਾਰਾਜ ਕਹਿੰਦੇ ਇਹਨੂੰ ਹੀ ਪੁੱਛ ਲੈ ਮਰਦਾਨਿਆ। ਕਲਯੁਗ ਨੇ ਦੱਸਿਆ, ਕਹਿੰਦਾ ਇਹ ਜਿਹੜਾ ਮੇਰੇ ਕੋਲ ਦੁਸ਼ਾਲਾ ਹੈ ਇਹ ਹੈ ਦਲਿੱਦਰ ਦਾ। ਜਦੋਂ ਅੰਮ੍ਰਿਤ ਵੇਲਾ ਹੁੰਦਾ ਮੈਂ ਸਾਰੀ ਦੁਨੀਆ ਦੇ ਪਾ ਦੇਣਾ, ਜਿਹੜੇ ਰਾਤ ਨੂੰ 2 ਵਜੇ ਤੱਕ ਪ੍ਰੇਤਾਂ ਵਾਂਗੂ ਭਟਕੀ ਜਾਂਦੇ ਆ ਨਾ, 1 ਵਜੇ ਤਾਈਂ ਸੱਜੇ ਖੱਬੇ, ਕਹਿੰਦਾ ਅੰਮ੍ਰਿਤ ਵੇਲੇ 2-2:30 ਵਜੇ ਮੈਂ ਉਹਨਾਂ ਨੂੰ ਵੀ ਦੱਬ ਲੈਣਾ, ਜਿਹੜੇ ਸਾਰੀ ਰਾਤ ਭੱਜੇ ਫਿਰਦੇ ਆ। ਇਹ ਹੈ ਦੁਸ਼ਾਲਾ ਦਲਿੱਦਰ ਦਾ। ਤੇ ਇਹ ਜਿਹੜੇ ਛੇਕ ਨਿਕਲੇ ਹੋਏ ਆ ਨਾ, ਇਹ ਉਹਨਾਂ ਨੇ ਕੱਢੇ ਆ ਜਿਹੜੇ ਦਲਿੱਦਰ ਦੇ ਇਸ ਦੁਸ਼ਾਲੇ ਦੀ ਪਰਵਾਹ ਨਾ ਮੰਨਦਿਆਂ ਹੋਇਆਂ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਤੋਂ ਕਹਿੰਦੇ ਧੰਨ ਗੁਰੂ ਨਾਨਕ ਤੇ ਦੁਸ਼ਾਲੇ ਨੂੰ ਚੀਰ ਕੇ ਉੱਠ ਖਲੋਂਦੇ। ਸਤਿ ਸ੍ਰੀ ਅਕਾਲ। ਉਹਨਾਂ ਉੱਤੇ ਇਹ ਦਲਿੱਦਰ ਦਾ ਦੁਸ਼ਾਲਾ ਕੋਈ ਅਸਰ ਨਹੀਂ ਪਾਉਂਦਾ। ਇਹ ਛੇਕ ਗੁਰੂ ਨਾਨਕ ਦੇ ਸਿੱਖਾਂ ਨੇ ਕੱਢੇ ਹੋਏ ਆ। ਉਹ ਅੰਮ੍ਰਿਤ ਵੇਲੇ 2-2:30 ਵਜੇ ਉੱਠ ਕੇ ਹੀ ਤਿਆਰ ਹੋ ਜਾਂਦੇ ਔਰ ਬਾਣੀ ਪੜ੍ਹਨ ਲੱਗ ਪੈਂਦੇ। ਇਹ ਮਹਾਰਾਜ ਜੀ ਦਾ ਸੇਵਕ ਬਣ ਕੇ ਹੁਣ ਕਹਿ ਰਿਹਾ, ਮਹਾਰਾਜ ਮੇਰੇ ਕੋਲੋਂ ਕੁਝ ਤਾਂ ਭੇਟਾ ਲਓ, ਮੈਂ ਆਪਣੇ ਸਮੇਂ ਵਿੱਚ ਕੁਝ ਤਾਂ ਆਪ ਜੀ ਦੇ ਚਰਨਾਂ 'ਚ ਅਰਪਣ ਕਰਾਂ। ਕੰਚਨ ਮੰਦਿਰ ਦਰਬ ਮਹਾਨਾ। ਮਹਾਰਾਜ ਕੋਈ ਸੋਨੇ ਦਾ ਮੰਦਰ, ਧਨ ਸੰਪਦਾ, ਕੁਝ ਮਹਾਰਾਜ ਜੋ ਮੇਰੇ ਕੋਲ ਹੈ ਇਸ ਵਕਤ ਉਹ ਤੁਹਾਡਾ ਹੈ, ਮੈਂ ਅਰਪਣ ਕਰਦਾ ਹਾਂ। ਜਬ ਲੇਵੋ ਹੋਵੋ ਹਰ ਖਾਨਾ। ਮਹਾਰਾਜ ਮੈਂ ਚਾਹੁੰਦਾ ਮੇਰੇ ਕੋਲੋਂ ਕੁਝ ਭੇਟਾ ਆਪ ਜੀ ਲਵੋ ਤੇ ਮੈਨੂੰ ਖੁਸ਼ੀ ਹੋਵੇ। ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੈਂ ਵੀ ਤੁਹਾਡੀ ਆਗਿਆ ਵਿੱਚ ਚੱਲ ਰਿਹਾ। ਸੁਨ ਕਰ ਬਿਗਸੇ ਸ਼੍ਰੀ ਗੁਣ ਖਾਨੀ। ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੀ ਬੇਨਤੀ ਸੁਣੀ ਤੇ ਖੇੜੇ ਵਿੱਚ ਆਏ। ਹਵੈ ਪ੍ਰਸੰਨ ਬੋਲੇ ਤਬ ਬਾਨੀ। ਪ੍ਰਸੰਨ ਹੋ ਕੇ ਸਾਹਿਬ ਜੀ ਬੋਲੇ, ਸਭ ਜੁਗ ਤੇ ਬੜ ਤੇਜ ਤੁਮਾਰਾ। ਮਹਾਰਾਜ ਜੀ ਕਹਿੰਦੇ ਕਲਯੁਗ ਸਤਯੁਗ ਤੋਂ ਵੀ ਤੇਰਾ ਵੱਧ ਤੇਜ ਹੈ। ਸਤਯੁਗ ਦਾ ਉਹਨਾਂ ਪ੍ਰਤਾਪ ਨਹੀਂ ਜਿੰਨਾ ਤੇਰਾ ਵਧਿਆ ਹੋਇਆ ਹੈ। ਹੋਵੇ ਗੋ ਇਹ ਵਾਕ ਹਮਾਰਾ। ਤੇਰਾ ਪ੍ਰਤਾਪ ਬਹੁਤ ਜ਼ਿਆਦਾ ਹੈ ਕਲਯੁਗ। ਤੋਰ ਕਾਲ ਕੀਰਤ ਕਰਤਾਰਾ। ਹਾਂ ਤੇਰੇ ਇਸ ਸਮੇਂ ਵਿੱਚ ਜਿਹੜੀ ਨਿਰੰਕਾਰ ਦੀ ਕੀਰਤੀ ਆ, ਅਕਾਲ ਪੁਰਖ ਦੀ ਕੀਰਤੀ ਹੈ, ਮਹਿਮਾ ਤਾਂ ਕੀ ਵਧੈ ਅਪਾਰਾ। ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਵਧੇਗੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ
ਲਾਏ ਧਿਆਨਾ। ਮਹਾਰਾਜ ਜੀ ਕਹਿੰਦੇ ਤੇਰੇ ਸਮੇਂ 'ਚ ਪਰਮੇਸ਼ਰ ਦਾ ਕੀਰਤਨ ਫਲੀਭੂਤ ਹੋਵੇਗਾ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਪ੍ਰਬਲ ਹੈ। ਲੱਖ ਬਰਖ ਸਤਿਗੁਰ ਜੋ ਕਰਈ। ਕਹਿੰਦੇ ਲੱਖਾਂ ਸਾਲਾਂ ਦੇ ਵਿੱਚ ਸਤਿਯੁਗ 'ਚ ਜੋ ਕੀਤਾ ਜਾਂਦਾ ਸੀ। ਆਇਓ ਤ ਬਰਖ ਤ੍ਰੇਤੇ ਚਿਤ ਧਰਈ। ਤ੍ਰੇਤੇ ਵਿੱਚ 1000 ਵਰਸ ਦੀ ਉਮਰ ਰਹਿ ਗਈ। ਉਹਦੇ ਵਿੱਚ ਕਹਿੰਦੇ 10,000 ਦੀ ਉਮਰ ਰਹਿ ਗਈ। ਦੁਆਪੁਰ ਕਰਤ ਜੇ ਬਰਖ ਹਜ਼ਾਰਾ। ਦੁਆਪਰ ਵਿੱਚ 1000 ਸਾਲ ਤੱਕ ਜੋ ਕੀਤਾ ਜਾਂਦਾ ਸੀ। ਸੋ ਕਲ ਅਲਪ ਕਾਲ ਸੁਖ ਸਾਰਾ। ਤੇਰੇ ਸਮੇਂ ਵਿੱਚ ਕਹਿੰਦੇ ਥੋੜੇ ਸਮੇਂ ਵਿੱਚ ਹੀ ਨਿਰੰਕਾਰ ਦੀ ਕੀਰਤੀ ਕਰਕੇ ਉਹ ਸਭ ਕੁਝ ਮਿਲ ਜਾਏਗਾ ਜਿਹੜਾ ਸਤਿਯੁਗ ਵਿੱਚ 1 ਲੱਖ ਸਾਲ ਕਰਕੇ ਪ੍ਰਾਪਤ ਹੁੰਦਾ ਸੀ। ਇੰਨਾ ਫਰਕ। ਮਹਾਰਾਜ ਕਹਿੰਦੇ ਤੇਰਾ ਤਾਂ ਸਮਾਂ ਹੀ ਜਿਹੜੇ ਰੱਬ ਦੇ ਪਿਆਰੇ ਨੂੰ ਨਾ ਵਾਸਤੇ ਦਾ ਬੜਾ ਭਲਾ ਸਮਾਂ। ਹਰੀ ਦੀ ਕੀਰਤੀ ਕਰਕੇ ਇਹ ਛੁਟਕਾਰੇ ਦਾ ਯੁੱਗ ਹੈ ਕਲਯੁਗ ਗੁਰੂ ਖਾਲਸਾ ਜੀ। ਇਹ ਨਵੇੜੇ ਦਾ ਯੁੱਗ ਹੈ। ਪ੍ਰੀਤ ਯੁਕਤ ਹਰ ਕੀਰਤ ਕਰਈ। ਜਿਹੜੇ ਤੇਰੇ ਸਮੇਂ ਵਿੱਚ ਪ੍ਰੇਮ ਸਹਿਤ ਹਰੀ ਦੀ ਕੀਰਤੀ ਕਰਨਗੇ ਸੋ ਤਤਕਾਲ ਬਿਖੈ ਭਵ ਤਰਈ। ਉਹ ਤਤਕਾਲ ਇਸ ਭਵ ਸਾਗਰ ਤੋਂ ਸੰਸਾਰ ਤੋਂ ਤਰ ਜਾਣਗੇ। ਬਹੁਰੋ ਚਹਿ ਤਜ ਦੇਨ ਉਪਾਇਨ। ਫਿਰ ਤੂੰ ਚਾਹੁੰਦਾ ਸਾਨੂੰ ਕੁਝ ਭੇਟਾ ਦੇਣੀ। ਰਤਨ ਜੜੇ ਕੰਚਨ ਕੇ ਆਇਨ। ਤੂੰ ਕਹਿਣਾ ਵੀ ਸੋਨੇ ਦੇ ਮੰਦਰ ਦੇਣੇ ਆ ਭੇਟਾ ਕਰਨੀਆਂ ਸਾਨੂੰ। ਚਤੁਰਥ ਜਾਮਾ ਜਬ ਹਮ ਧਰ ਹੈ। ਚੌਥੇ ਜਾਮੇ ਦੇ ਵਿੱਚ ਜਦੋਂ ਅਸੀਂ ਆਵਾਂਗੇ ਮਾਇਆ ਸਹਿਤ ਲੀਨ ਤਬ ਕਰ ਹੈ। ਉਦੋਂ ਇਹ ਤੇਰੀ ਭੇਟਾ ਅਸੀਂ ਲਵਾਂਗੇ ਮਾਇਆ ਸਹਿਤ। ਇਹ ਕਿਉਂਕਿ ਇਹਦੇ ਨਾਲ ਵੀ ਕਾਰਜ ਹੋਣੇ ਆ। ਹਾਲੇ ਇਹਦੀ ਸਾਨੂੰ ਲੋੜ ਨਹੀਂ। ਚੌਥੇ ਜਾਮੇ ਦੇ ਵਿੱਚ ਸਾਨੂੰ ਇਹਨੂੰ ਸਵੀਕਾਰ ਕਰਾਂਗੇ। ਮਸੰਦ ਪ੍ਰਥਾ ਉਦੋਂ ਹੀ ਚੱਲੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ। ਕਿਉਂਕਿ ਪਾਤਸ਼ਾਹ ਜਾਣਦੇ ਸਨ ਵੀ ਹੁਣ ਧਰਮ ਦੇ ਫੈਲਾਓ ਵਾਸਤੇ ਜਦੋਂ ਧਰਮ ਸਥਾਨ ਬਣਨੇ ਆ ਤਾਂ ਉਹਦੇ ਵਾਸਤੇ ਮਾਇਆ ਚਾਹੀਦੀ ਹੈ। ਤੋ ਮਾਇਆ ਦੀ ਉਗਰਾਹੀ ਵਾਸਤੇ ਮਸੰਦ ਪ੍ਰਥਾ ਗੁਰੂ ਰਾਮ ਬਾਅਦ ਵਿੱਚ ਜਾ ਕੇ ਭ੍ਰਸ਼ਟ ਹੋਈ। ਪਰ ਪਹਿਲਾਂ ਬੜੇ ਬੜੇ ਨੇਕ ਨੀਅਤ ਮਸੰਦ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ। ਤੋ ਇਹ ਸੰਕੇਤ ਹੈ। ਕਹਿੰਦੇ ਉਦੋਂ ਚੌਥੇ ਜਾਮੇ 'ਚ ਅਸੀਂ ਤੇ ਇਹ ਭੇਟਾ ਜਿਹੜੀ ਆ ਪ੍ਰਵਾਨ ਕਰਾਂਗੇ। ਸੁਣ ਕਰ ਕਲ ਜੁਗ ਉਰ ਹਰ ਖਾਨਾ। ਸੁਣ ਕੇ ਖੇੜੇ ਵਿੱਚ ਆਇਆ ਕਰ ਪਦ ਬੰਦਨ ਬਚਨ ਬਖਾਨਾ। ਗੁਰੂ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਕਲਯੁਗ ਬੋਲਿਆ ਤੁਮ ਸੰਗਤ ਕੇ ਨਿਕਟ ਨਾ ਜੈ ਹੋ। ਮਹਾਰਾਜ ਸਾਰੀ ਦੁਨੀਆ ਤੇ ਮੇਰਾ ਪ੍ਰਭਾਵ ਹੈ ਪਰ ਮੈਂ ਆਪ ਜੀ ਦੇ ਚਰਨਾਂ 'ਚ ਬਚਨ ਕਰਕੇ ਜਾਂਦਾ ਹਾਂ। ਹੇ ਗੁਰੂ ਨਾਨਕ ਸਾਹਿਬ ਜਿਹੜੀ ਤੁਹਾਡੀ ਸੰਗਤ ਹੈ ਤੁਹਾਡੇ ਸਿੱਖ ਦੇ ਮੈਂ ਕਦੇ ਉਹਨਾਂ ਦੇ ਨੇੜੇ ਨਹੀਂ ਜਾਵਾਂਗਾ। ਤੁਹਾਡੇ ਸਿੱਖਾਂ ਦੇ ਨੇੜੇ ਨਾਮ ਜਪਣ ਵਾਲਿਆਂ ਦੇ ਬਾਣੀ ਪੜਨ ਵਾਲਿਆਂ ਦੇ ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ। ਹਾਂਜੀ ਆਨ ਜੀਵ ਦੰਬੀ ਦੁਖ ਦੇ ਹੋ। ਜਿਹੜੇ ਪਖੰਡੀ ਨੇ ਦੰਬੀ ਨੇ ਉਹਨਾਂ ਨੂੰ ਦੁੱਖ ਦਿਆਂਗਾ। ਉਹਨਾਂ ਨੂੰ ਨਹੀਂ ਮੈਂ ਛੱਡਦਾ ਜਿਹੜੇ ਪਖੰਡੀ ਆ ਦੰਬੀ ਆ ਉਹਨਾਂ ਨੂੰ ਦੁੱਖ ਦੇਵਾਂਗਾ। ਉਹਨਾਂ ਦੇ ਹਿਰਦੇ ਸਾੜੀ ਰੱਖਾਂਗਾ ਵਿਕਾਰਾਂ ਦੀ ਅੱਗ ਨਾਲ। ਤੁਮਰੇ ਬਚਨ ਜੇ ਸਿੱਖ ਕਮਾਵੇ ਹੈ। ਮਹਾਰਾਜ ਜੀ ਜਿਹੜੇ ਤੁਹਾਡੇ ਸਿੱਖ ਤੁਹਾਡੇ ਬਚਨ ਕਮਾਉਂਦੇ ਆ ਨਾਮ ਧਰੀਕ ਤਾਂ ਬੜੇ ਹੋਣਗੇ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਪਰ ਮਹਾਰਾਜ ਜਿਹੜੇ ਸਿੱਖ ਤੁਹਾਡੇ ਬਚਨ ਕਮਾਉਣਗੇ ਇਹ ਵੀ ਬਚਨ ਹੈ ਨਾਲ। ਜਿਹੜੇ ਸਿੱਖ ਮਹਾਰਾਜ ਜੀ ਤੁਹਾਡੇ ਬਚਨ ਕਮਾਉਂਦੇ ਹਨ ਜਾਂ ਕਮਾਉਣਗੇ ਤਿਨ ਪਰ ਮੋਰਾ ਕਛ ਨਾ ਬਸਾਵੇ ਹੈ। ਮਹਾਰਾਜ ਜੀ ਉਹਨਾਂ ਤੇ ਮੇਰਾ ਕੋਈ ਵਸ ਨਾ ਹੁਣ ਚੱਲਦਾ ਤੇ ਨਾ ਹੀ ਅੱਗੇ ਚੱਲੇਗਾ। ਜਿਹੜੇ ਸਿੱਖ ਤੁਹਾਡੇ ਬਚਨ ਕਮਾਉਂਦੇ ਨੇ। ਸਤਿਗੁਰ ਸ਼ਬਦ ਕਮਾਏ ਜਨ। ਮਾਂ ਕਵੀ ਜੀ ਲਿਖਦੇ ਸਤਿਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਜਿਹੜੇ ਗੁਰੂ ਕੇ ਬਚਨ ਕਮਾਉਣ ਵਾਲੇ ਗੁਰਸਿੱਖ ਮਹਾਂਪੁਰਸ਼ ਮਹਾਤਮਾ ਸੰਤ ਜਨ ਹਨ ਜਿਹਨਾਂ ਗੁਰੂ ਸ਼ਬਦ ਕਮਾ ਕੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ। ਮੈਂ ਉਹਨਾਂ ਮਹਾਂਪੁਰਸ਼ਾਂ ਉਹਨਾਂ ਨਾਮ ਰਸੀਏ ਗੁਰਸਿੱਖ ਸੰਤ ਜਨਾਂ ਦੇ ਚਰਨਾਂ ਵਿੱਚ ਸਿਰ ਧਰ ਕੇ ਮੱਥਾ ਟੇਕਦਾ ਨਮਸਕਾਰ ਕਰਦਾ।
ਕਲਯੁਗ ਕਹਿੰਦਾ ਉਹਨਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ ਜਿਹੜੇ ਸਿੱਖ ਤੁਹਾਡੇ ਬਚਨਾਂ ਨੂੰ ਕਮਾਉਂਦੇ ਹਨ। ਭੇਟ ਦੇ ਬਰ ਗੁਰ ਤੇਲੇ ਕਰ, ਜਿਹੜੇ ਸਤਿਗੁਰੂ ਜੀ ਕੋਲੋਂ ਵਰ ਲੈ ਕੇ ਭੇਟਾ ਦਿੰਦੇ ਹਨ। ਵਿਦਾ ਭਇਓ ਚਰਨਨ ਪਰ ਸਿਰ ਧਰ, ਤਾਂ ਕਲਯੁਗ ਮਹਾਰਾਜ ਜੀ ਦੇ ਚਰਨਾਂ ਤੋਂ ਵਿਦਾ ਹੋਇਆ ਨਮਸਕਾਰ ਕਰਕੇ ਪੜ੍ਹੈ ਸੁਣੈ ਸ਼ਰਧਾ ਔਰ ਥਾਪੈ। ਕਹਿੰਦੇ ਜਿਹੜੇ ਗੁਰਸਿੱਖ, ਹੁਣ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਆ, ਜਿਹੜੇ ਗੁਰਸਿੱਖ ਆ ਪ੍ਰਸੰਗ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਦਾ, ਇਹ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੈ। ਇਸ ਪ੍ਰਸੰਗ ਨੂੰ ਜਿਹੜੇ ਗੁਰਸਿੱਖ ਪਿਆਰ ਨਾਲ ਪੜ੍ਹਨਗੇ, ਪਿਆਰ ਸਹਿਤ ਸੁਣਨਗੇ ਔਰ ਇਹਨੂੰ ਆਪਣੇ ਹਿਰਦੇ 'ਚ ਵਸਾਉਣਗੇ, ਦਿਨ ਪਰ ਕਲਯੁਗ ਨਹੀਂ ਵਿਆਪੈ। ਕਹਿੰਦੇ ਉਹਨਾਂ ਤੇ ਕਲਯੁਗ ਦਾ ਕੋਈ ਅਸਰ ਨਹੀਂ ਹੋਵੇਗਾ, ਉਹਨਾਂ ਨੂੰ ਕਲਯੁਗ ਨਹੀਂ ਵਿਆਪੇਗਾ। ਜਿਹੜੇ ਇਸ ਪ੍ਰਸੰਗ ਨੂੰ, ਆ ਕਥਾ ਜਿਹੜੀ ਆਪ ਜੀ ਨੇ ਪਿਛਲੇ ਤਕਰੀਬਨ 3-4 ਦਿਨਾਂ ਤੋਂ, 3 ਦਿਨਾਂ ਤੋਂ ਸਰਵਣ ਕਰ ਰਹੇ ਹੋ, ਇਸ ਪ੍ਰਸੰਗ ਨੂੰ ਜਿਹੜਾ ਕਵੇਗਾ, ਸੁਣੇਗਾ, ਹਿਰਦੇ 'ਚ ਵਸਾਵੇਗਾ, ਕਲਯੁਗ ਉਹਨਾਂ ਨੂੰ ਨਹੀਂ ਵਿਆਪੇਗਾ, ਕਲਯੁਗ ਉਹਨਾਂ ਤੇ ਪ੍ਰਭਾਵ ਨਹੀਂ ਪਾਵੇਗਾ। ਗਮਲੇ ਸ਼੍ਰੀ ਗੁਰ ਬਹੁਰ ਅਗਾਰੀ, ਕਿਉਂ? ਕਲਯੁਗ ਨਾਲ ਗੋਸ਼ਟੀ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਥੋਂ ਅੱਗੇ ਨੂੰ ਚੱਲ ਪਏ। ਲੋਕ ਉਧਾਰਨ ਪਰ ਉਪਕਾਰੀ, ਲੋਕਾਂ ਨੂੰ ਉਧਾਰਨੇ ਵਾਲੇ ਸਤਿਗੁਰੂ ਜੀ ਪਰਉਪਕਾਰੀ ਹਨ। ਮੇਰੇ ਸਾਹਿਬ ਆਈ ਪਰਉਪਕਾਰ ਕਰਨ ਨੇ ਤੇ ਲੋਕਾਂ ਦੇ ਲੋਕ ਉਧਾਰਨ ਅਰਥਾ, ਜੀਵਾਂ ਦੇ ਉਧਾਰਨੇ ਨਿਮਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਉਪਕਾਰੀ ਹੋ ਕੇ ਆਏ ਨੇ। ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ, ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ। ਜੀਵਾਂ ਦੇ ਪਾਰ ਉਤਾਰਨੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਸੰਸਾਰ ਵਿੱਚ ਅਵਤਰਤ ਹੋਏ ਹਨ। ਦੋਹਰਾ ਬਾਨੀ ਬਰਦਾਨੀ ਸੁਮਤ ਗੁਣ ਖਾਨੀ ਸੁਖ ਮੂਰ। ਵਾਹਿਗੁਰੂ ਪਰਮੇਸ਼ਰ ਦੀ ਬਾਣੀ, ਅਕਾਲ ਪੁਰਖ ਦੀ ਬਾਣੀ, ਨਿਰੰਕਾਰ ਦੀ ਬਾਣੀ, ਬਾਣੀ ਦਾ ਮੰਗਲ ਕਰਦੇ ਕਹਿੰਦੇ ਆ ਅਕਾਲ ਪੁਰਖ ਜੀ ਆਪ ਜੀ ਦੀ ਬਾਣੀ ਵਰਦਾਨੀ, ਵਰ ਦੇਣ ਵਾਲੀ ਹੈ। ਕੀ ਵਰ? ਸੁਮਤ ਦਾ। ਮਹਾਰਾਜ ਤੁਹਾਡੀ ਬਾਣੀ ਸੁਮਤ ਦੇਣ ਵਾਲੀ ਹੈ। ਗੁਣ ਖਾਨੀ, ਮਹਾਰਾਜ ਜੀ ਤੁਹਾਡੀ ਬਾਣੀ ਗੁਣਾਂ ਦੀ ਖਾਨ ਹੈ। ਸੁਖ ਮੂਲ, ਮਹਾਰਾਜ ਜੀ ਤੁਹਾਡੀ ਬਾਣੀ ਸੁੱਖਾਂ ਦਾ ਮੂਲ ਹੈ। ਤੁਹਾਡੀ ਬਾਣੀ 'ਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਕਲਿਆਣੀ ਰਾਨੀ ਜਗਤ, ਮਹਾਰਾਜ ਜੀ ਤੁਹਾਡੀ ਬਾਣੀ ਕਲਿਆਣ ਕਰਨ ਵਾਲੀ ਹੈ। ਏਦਾਂ ਕਹਿ ਲਈਏ ਹੈ ਅਕਾਲ ਪੁਰਖ ਜੀ ਤੁਹਾਡੀ ਬਾਣੀ ਸਾਰੇ ਜਗਤ ਦੀ ਰਾਣੀ ਹੈ। ਆਪ ਜੀ ਦੀ ਬਾਣੀ ਸਾਰੇ ਜਗਤ ਦੀ ਰਾਣੀ ਹੈ। ਹਾਂਜੀ। ਮਾਨੀ ਕਵ ਪਗ ਧੂਰ, ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਦੇ ਪੈਰਾਂ ਦੀ ਧੂੜ ਕਵੀਆਂ ਨੇ ਵੀ ਸਨਮਾਨੀ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ ਤੁਹਾਡੀ ਉਹ ਪਾਵਨ ਬਾਣੀ ਮੇਰੇ ਵਾਸਤੇ ਵਰਦਾਨੀ ਹੈ ਤੇ ਮੈਂ ਇਹ ਸੁਮਤ ਦਾ ਦਾਨ ਮੰਗਦਾ ਕਿ ਮੈਨੂੰ ਸੁਮਤ ਦਿਓ ਕਿ ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੀ ਅੰਮ੍ਰਿਤਮਈ ਕਥਾ ਨੂੰ ਕਹਿ ਸਕਾਂ, ਲਿਖ ਸਕਾਂ, ਸੁਣਾ ਸਕਾਂ। ਇਹ ਵਰ, ਇਹ ਸੁਮਤ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ। ਸ਼੍ਰੀ ਬਾਲਾ ਸੰਧੂਰ ਵਾਚ, ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ। ਰਸਾਵਲ ਛੰਦ ਚੱਲੇ ਫੇਰ ਆਗੇ ਪਿਖੇ ਪਾਪ ਭਾਗੈ। ਗੁਰੂ ਨਾਨਕ ਸਾਹਿਬ ਜੀ ਚੱਲ ਪਏ ਇੱਥੋਂ ਅੱਗੇ ਐਸੇ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਭੱਜ ਜਾਂਦੇ ਹਨ। ਪਿਖੇ ਪਾਪ ਭਾਗੈ, ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਨੱਠ ਜਾਂਦੇ ਹਨ। ਮਹਾਦਾਨ ਦਾਤਾ ਸਭੈ ਲੋਕ ਖਿਆਤਾ, ਜਿਹੜੇ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਨੇ ਸਾਰੇ ਲੋਕਾਂ ਵਿੱਚ ਖਿਆਤਾ ਪ੍ਰਗਟ ਹਨ। ਪਾਤਸ਼ਾਹ ਚੱਲ ਕੇ ਅੱਗੇ ਕੈਸੇ ਦੇਸ਼ ਵਿੱਚ ਆਏ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ। ਇੱਥੇ ਪਾਤਸ਼ਾਹ ਪਰਮੇਸ਼ਰ ਦੀ ਭਗਤੀ ਪ੍ਰਗਟ ਕਰ ਰਹੇ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ।
ਅੱਜ ਸਵੇਰੇ ਤਕਰੀਬਨ 11 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏ ਨੇ। 5 ਵਜੇ ਨਾਲ ਨਗਰ ਕੀਰਤਨ ਗੁੜ ਮੰਡੀ ਵਾਲੇ ਬਾਜ਼ਾਰ ਵਿੱਚ ਸੀ। ਤੋਂ ਤਕਰੀਬਨ 7:30 ਵਜੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ, ਸਮਾਪਤੀ ਦੇ ਸਮੇਂ ਉੱਥੇ ਹਾਜ਼ਰੀਆਂ ਭਰੋ। ਰਾਤ ਨੂੰ ਦੀਵਾਨ ਸਜਣੇ ਆ ਤੇ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਦੀਵਾਨ ਸਜਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਹਾਜ਼ਰੀਆਂ ਭਰਨਗੇ। ਔਰ ਕੱਲ ਸ਼ਾਮ ਤੋਂ 4 ਵਜੇ ਤੋਂ ਰਾਤ ਦੇ ਤਕਰੀਬਨ 11 ਵਜੇ ਤੱਕ ਫਿਰ ਦੀਵਾਨ ਸਜਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਤੇ ਸਿੰਘ ਸਹਿਬਾਨ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਗੁਰੂ ਕੇ ਮਹਿਲਾਂ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਕੱਲ ਮਨਾਏ ਜਾ ਰਹੇ ਨੇ। ਅੱਜ ਉੱਥੇ ਵੀ ਨਗਰ ਕੀਰਤਨ ਆਰੰਭ ਹੋਏ ਹੈ। ਜਿਹੜੀਆਂ ਸੰਗਤਾਂ ਉੱਥੇ ਜਾ ਸਕਦੇ ਆ ਭਾਈ, ਜਿਹੜੇ ਟੀਵੀ ਰਾਹੀਂ ਸੁਣ ਰਹੇ ਨੇ, ਉਹ ਗੁਰੂ ਕੇ ਮਹਿਲਾਂ ਵਿੱਚ ਜਿਹੜੇ ਹਾਜ਼ਰੀਆਂ ਭਰ ਸਕਦੇ ਆ ਉੱਥੇ ਭਰੋ। ਜਿਹੜੇ ਇੱਥੇ ਨੇ ਭਾਈ, ਉਹ 9ਵੇਂ ਪਾਤਸ਼ਾਹ ਦੇ ਸਥਾਨਾਂ ਤੇ ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੇ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ